covenant keeping. You're the covenant keeping God, Yahweh. You are the covenant keeping God. Yahweh, 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 Yahweh. Yahweh, The covenant keeping God. Yahweh, Yahweh, covenant keeping God. Say you are the covenant keeping God. You are the covenant keeping God. Come on, lift it up and say, Yahweh, the covenant keeping God. Yahweh, Yahweh, the covenant keeping God. Come on, let's sing that one more time. Say, you are the covenant keeping God. Thank you, Father. Say, you are the covenant keeping God. Yahweh, Yahweh, the covenant keeping God. Yahweh, Yahweh, the covenant keeping God. ਔਰ ਤੁਹਾਡਾ ਫਿਰ ਇੱਕ ਵਾਰ ਸਵਾਗਤ ਕਰਦੇ ਹਾਂ ਚਰਚ ਦੇ ਵਿੱਚ। ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਵਾਰ ਫਿਰ ਸਾਡੇ ਨਾਲ ਜੁੜੇ, ਕਿਉਂਕਿ ਤੁਸੀਂ ਇੱਕ ਸਟਰੀਮ ਨੂੰ ਲੱਭਿਆ ਜੋ ਕਿ ਤੁਹਾਨੂੰ ਬਹੁਤ ਹੀ ਗਰਮ ਖਾਣਾ ਖਿਲਾਉਂਦਾ ਹੈ। ਅਸੀਂ ਜਾਣਦੇ ਹਾਂ ਕਿ ਪਿਛਲੇ ਹਫਤੇ ਕਿ ਸਾਡੇ ਕੋਲ ਪ੍ਰਿਵਿਲੇਜ ਸੀਗੀ ਸਾਡੇ ਸਟੂਡੀਓ ਦੇ ਵਿੱਚ ਆਪਣੇ ਪ੍ਰੋਫਿਟ ਨੂੰ ਮਿਲ ਸਕੇ, ਜਿੱਥੇ ਕਿ ਉਹਨਾਂ ਨੇ ਸਾਨੂੰ ਦੱਸਿਆ ਬਹੁਤ ਹੀ ਡੂੰਘਾਈ ਦੀਆਂ ਗੱਲਾਂ, ਸੱਚਾਈ ਦੀਆਂ ਗੱਲਾਂ ਜੋ ਸਾਡੇ ਨਾਲ ਉਹਨੇ ਸਾਂਝੀਆਂ ਕੀਤੀਆਂ। ਜੇ ਤੁਸੀਂ ਜਾਣਦੇ ਹੋ ਕਿ ਕੁਝ ਮਹੀਨਿਆਂ ਤੋਂ ਅਸੀਂ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਵਿੱਚ ਸਫ਼ਰ ਕਰ ਰਹੇ ਹਾਂ, ਔਰ ਇਸ ਯਾਤਰਾ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਮਹਿਮਾ ਦੇ ਬਾਰੇ ਬਹੁਤ ਵਾਰ ਸੁਣਿਆ ਔਰ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਸਾਨੂੰ ਦਿਖਾਉਂਦਾ ਆ। ਔਰ ਕੁਝ ਹਫ਼ਤੇ ਪਹਿਲਾਂ ਸਾਡੇ ਪਿਤਾ ਨੇ ਸਾਡੇ ਨਾਲ ਗੱਲਬਾਤ ਕਰਨੀ ਚਾਹੀ ਪਰਮੇਸ਼ਵਰ ਦੀ ਮਹਿਮਾ ਦੇ ਵਾਸਤੇ, ਕਿਸ ਤਰ੍ਹਾਂ ਅਸੀਂ ਮਹਿਮਾ ਬਣ ਸਕਦੇ ਹਾਂ। ਔਰ ਪਿਛਲੇ ਹਫ਼ਤੇ ਜੋ ਉਹਨਾਂ ਨੇ ਸਾਡਾ ਕੁਐਸਚਨ ਦਿੱਤੇ, ਜੋ ਉਹਨਾਂ ਦਾ ਉੱਤਰ ਦਿੱਤਾ, ਔਰ ਮੇਰੀ ਬਹੁਤ ਹੀ ਖੁਸ਼ੀ ਆ ਕਿ ਅਸੀਂ ਪਰਮੇਸ਼ਵਰ ਦੇ ਮੇਜ਼ ਦੇ ਉੱਤੇ ਆ ਸਕਦੇ ਹਾਂ ਔਰ ਇੰਨਾ ਸਵਾਦਿਸ਼ਟ ਖਾਣਾ ਖਾ ਸਕਦੇ ਹਾਂ। ਔਰ ਅਸੀਂ ਜਾਣਦੇ ਹਾਂ ਕਿ ਜਿਹੜੀ ਸਾਡੀ ਆਤਮਾ ਜੋ ਆ ਉਸਨੂੰ ਲੱਭਦੀ ਆ। ਆਓ ਇੱਕ ਵਾਰ ਫਿਰ ਇਸ ਸੱਚ ਸਾਡੇ ਜਦੋਂ ਆਤਮਾ ਦੇ ਕੋਲੋਂ ਆਉਂਦਾ ਆ ਇਸ ਸਟੂਡੀਓ ਦੇ ਵਿੱਚੋਂ, ਜਦੋਂ ਕਿ ਅਸੀਂ ਆਦਰ ਨਾਲ ਬੁਲਾਉਂਦੇ ਹਾਂ ਆਪਣੇ ਨਬੀ ਨੂੰ, ਪ੍ਰੋਫੈਟ ਸ਼ਾਹ ਮੈਥਿਊ ਨੂੰ। ਪਿਤਾ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਤੇ ਲਾਈਵ ਜਾ ਰਹੇ ਹੋ। ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਜ਼ਿਆਦਾ। ਸਵਾਗਤ ਕਰਦੇ ਹਾਂ ਪਰਮੇਸ਼ਰ ਦੇ ਲੋਕੋ ਜੋ ਕਿ ਭੁੱਖੇ ਆ, ਜੋ ਕਿ ਪਰਮੇਸ਼ਰ ਕਰ ਰਿਹਾ ਆ। ਔਰ ਮੈਂ ਤੁਹਾਨੂੰ ਦੱਸਣਾ ਮੰਗਦਾ ਹਾਂ ਕਿ ਪਰਮੇਸ਼ਰ ਤੁਹਾਡੇ ਨਾਲ ਬਹੁਤ ਖੁਸ਼ ਆ। ਔਰ ਪਰਮੇਸ਼ਰ ਬੋਲਦਾ ਆ ਜ਼ਾਇਨ ਦੇ ਬਾਰੇ ਕਿ ਉਹਦੀ ਚਮਕਾਹਟ ਹੋਰ ਵੀ ਚਮਕੇਗੀ। ਇਹ ਜਾਣਨਾ ਮੰਗਦੇ ਹਾਂ, ਇਹ ਤੁਹਾਨੂੰ ਦੱਸਣਾ ਮੰਗਦੇ ਹਾਂ ਕਿ ਇੱਕ ਨਵੇਂ ਮੌਸਮ ਦੇ ਵਿੱਚ ਆ, ਕਿ ਜਿੱਥੇ ਪਰਮੇਸ਼ਰ ਦੀ ਰੌਸ਼ਨੀ ਹੋਰ ਵੀ ਜ਼ਿਆਦਾ ਚਮਕੇਗੀ। ਇਹਦਾ ਮਤਲਬ ਇਹ ਵੀ ਹੋਵੇਗਾ ਕਿ ਬਹੁਤ ਸਾਰੀ ਜੋ ਵਿਜੇ ਆ ਜਿਹੜੇ ਤੁਸੀਂ ਉਡੀਕ ਕਰ ਰਹੇ ਸੀਗੇ, ਉਹ ਹੁਣ ਵਕਤ ਆ ਗਿਆ ਕਿ ਉਹ ਤੁਸੀਂ ਵਿਕਟਰੀਜ਼ ਨੂੰ ਦੇਖੋਗੇ। ਅਸੀਂ ਉਸ ਪ੍ਰੋਫੈਸੀ ਨੂੰ ਲੈ ਲੈਂਦੇ ਹਾਂ। ਪਿਛਲੇ ਹਫ਼ਤੇ ਪਿਤਾ ਜੀ ਅਸੀਂ ਸਾਡੀ ਇੰਟੈਂਸ਼ਨ ਸੀ ਕਿ ਅਸੀਂ ਤੁਹਾਨੂੰ ਬਹੁਤ ਹੋਰ ਸਾਰੇ ਸਵਾਲ ਪੁੱਛੀਏ। ਅਸੀਂ 2 ਈਮੇਲਸ ਤੁਹਾਡੇ ਨਾਲ ਸ਼ੇਅਰ ਕੀਤੇ ਔਰ ਉਹਨਾਂ ਈਮੇਲਸ ਦੇ ਦੁਆਰਾ ਕਿਸ ਤਰ੍ਹਾਂ ਅਸੀਂ ਮਹਿਮਾ ਦੀ ਗੱਲਾਂ ਕੀਤੀਆਂ ਪਰਮੇਸ਼ਵਰ ਦੀਆਂ, ਔਰ ਉਹਨਾਂ ਦੇ ਦੁਆਰਾ ਤੁਸੀਂ ਬਹੁਤ ਸਾਰੇ ਕੁਐਸਚਨਸ ਨੂੰ ਤੁਸੀਂ ਉਹਨਾਂ ਦਾ ਜਵਾਬ ਦਿੱਤਾ। ਔਰ ਮੇਰੀ ਉਮੀਦ ਸੀ ਕਿ ਅਸੀਂ ਇੱਕ ਹੋਰ ਪ੍ਰਸ਼ਨ ਪੁੱਛ ਸਕੀਏ, ਇੱਕ ਪ੍ਰਸ਼ਨ ਹੋਰ ਪੁੱਛਣਾ ਮੰਗਦੇ।
ਹਾਂ ਅਸੀਂ ਹੋਰ ਕੁਐਸਚਨਸ ਲੈ ਸਕਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਕੁਐਸਚਨ 'ਤੇ ਚੱਲੀਏ, ਅਸੀਂ ਕੀ ਸਿੱਖਿਆ ਅੱਜ ਤੱਕ? ਅਸੀਂ ਪਿਛਲੇ ਹਫਤੇ ਸਿੱਖਿਆ ਕਿ ਪਰਮੇਸ਼ਰ ਦੀ ਦਇਆ ਔਰ ਅਸੀਂ ਕਿਸ ਤਰ੍ਹਾਂ ਉਹਨੂੰ ਲੈ ਸਕਦੇ ਹਾਂ। ਅਸੀਂ ਸੋਚਦੇ ਹਾਂ ਕਿ ਸ਼ਾਇਦ ਜਦੋਂ ਅਸੀਂ ਪਰਮੇਸ਼ਰ ਕੋ ਮੰਗਦੇ ਹਾਂ ਉਦੋਂ ਹੀ ਸਾਨੂੰ ਉਹਦੀ ਦਇਆ ਮਿਲਦੀ ਹੈ, ਲੇਕਿਨ ਤੁਸੀਂ ਕਿਹਾ ਕਿ ਨਹੀਂ, ਪਰਮੇਸ਼ਰ ਦੀ ਦਇਆ ਵੀ ਹੁੰਦੀ ਆ ਔਰ ਪਰਮੇਸ਼ਰ ਨੂੰ ਲੱਭਣਾ ਵੀ ਜ਼ਰੂਰੀ ਆ। ਔਰ ਤੁਸੀਂ ਸਾਨੂੰ ਇਹ ਸਮਝਾਇਆ ਕਿ ਜਦੋਂ ਅਸੀਂ ਪਰਮੇਸ਼ਰ ਨੂੰ ਲੱਭਦੇ ਹਾਂ ਉਦੋਂ ਪਰਮੇਸ਼ਰ ਸਾਨੂੰ ਆਪਣੀ ਹੋਰ ਨਵੀਂ ਰੈਵਲੇਸ਼ਨਸ ਦਿਖਾਉਂਦਾ ਆ, ਇੱਕ ਹੋਰ ਨਵਾਂ ਚਿਹਰਾ ਦਿਖਾਉਂਦਾ ਆ। ਤੁਸੀਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਅਸੀਂ ਪਰਮੇਸ਼ਰ ਦੇ ਪਿੱਛੇ ਲੱਗ ਜਾਂਦੇ ਹਾਂ, ਕਿਸ ਤਰ੍ਹਾਂ ਸਾਨੂੰ ਉਹਦੇ ਮਗਰ ਲੱਗਣਾ ਚਾਹੀਦਾ ਆ ਔਰ ਹਮ ਜ਼ਿੱਦੀ ਹੋਣ ਦੀ ਤਰ੍ਹਾਂ ਉਹਦੇ ਪਰਮੇਸ਼ਰ ਦੇ ਮਗਰ ਲੱਗ ਜਾਵੋ। ਤੁਸੀਂ ਇਹ ਵੀ ਕਿਹਾ ਜਦੋਂ ਮੂਸਾ ਦੇ ਬਾਰੇ ਜਦੋਂ ਗੱਲਬਾਤ ਕੀਤੀ, ਤੁਸੀਂ ਇਹ ਵੀ ਕਿਹਾ ਕਿ ਜਦੋਂ ਮੂਸਾ ਨੇ ਸਿਰਫ ਇੱਕ ਵਾਰੀ ਪੁੱਛਿਆ ਪਰਮੇਸ਼ਰ ਨੂੰ ਕਿ ਮੈਨੂੰ ਆਪਣੀ ਮਹਿਮਾ ਨੂੰ ਦਿਖਾਇਆ ਔਰ ਪਰਮੇਸ਼ਰ ਉਸਨੂੰ ਆਪਣਾ ਜਵਾਬ ਮਿਲਿਆ। ਔਰ ਤੁਸੀਂ ਦੱਸ ਰਹੇ ਕਿ ਕਿਸ ਤਰ੍ਹਾਂ ਮੂਸਾ ਕਿਹੜੀ ਡਾਇਮੈਂਸ਼ਨ ਤੋਂ ਪਰਮੇਸ਼ਰ ਨੂੰ ਪੁੱਛ ਰਿਹਾ ਸੀਗਾ ਔਰ ਇਸ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ ਕਿ ਕਿਸ ਤਰ੍ਹਾਂ ਅਸੀਂ ਦੂਸਰੀ ਡਾਇਮੈਂਸ਼ਨਸ ਤੋਂ ਪਰਮੇਸ਼ਰ ਨੂੰ ਪੁੱਛ ਸਕਦੇ ਹਾਂ। ਤੁਸੀਂ ਇਹ ਕਿਹਾ ਕਿ ਕਿਸ ਤਰ੍ਹਾਂ ਜੋ ਪ੍ਰੋਸੈਸ ਦੇ ਵਿੱਚੋਂ ਦੀ ਹੋ ਕੇ ਲੰਘਣਾ ਪੈਣਾ ਹੈ। ਹਰ ਇੱਕ ਇਨਸਾਨ ਨੂੰ ਇੱਕ ਪ੍ਰੋਸੈਸ ਦੇ ਵਿੱਚੋਂ ਦੀ ਹੋ ਕੇ ਲੰਘਣਾ ਪੈਂਦਾ ਹੈ। ਸੋ ਤੁਹਾਨੂੰ ਕੀ ਬਾਦਰ ਕਰ ਰਿਹਾ ਇਸ ਵੇਲੇ? ਤੁਹਾਡਾ ਕੀ ਕੁਐਸਚਨ ਹੈ? ਮੇਰਾ ਪਿਛਲੇ ਹਫਤੇ ਦਾ ਕੁਐਸਚਨ ਆ, ਇਹ ਕੁਐਸਚਨ ਇਹ ਆ ਕਿ ਮੂਸਾ ਨੇ ਇੱਕੋ ਵਾਰੀ ਪੁੱਛਿਆ ਕਿ ਮੈਨੂੰ ਆਪਣੀ ਮਹਿਮਾ ਦਿਖਾ ਔਰ ਉਸਨੂੰ ਮਹਿਮਾ ਦਿਖਾਈ ਗਈ ਕਿਉਂਕਿ ਉਹ ਦੂਸਰੀ ਡਾਇਮੈਂਸ਼ਨ ਤੋਂ ਪੁੱਛ ਰਿਹਾ ਸੀਗਾ ਕਿਤੇ। ਲੇਕਿਨ ਤੁਸੀਂ ਇਹ ਕਿਹਾ ਕਿ ਜੋ ਪ੍ਰਵਚਨ ਕਹਿੰਦਾ ਆ ਕਿ ਜੋ ਅਸੀਂ ਮਹਿਮਾ ਅੱਜ ਐਕਸਪੀਰੀਅੰਸ ਕਰ ਰਹੇ ਹਾਂ ਉਹ ਮੂਸਾ ਦੀ ਮਹਿਮਾ ਨਾਲੋਂ ਵੱਡੀ ਆ। ਜਿਹੜੀ ਮਹਿਮਾ ਮੂਸਾ ਨੇ ਦੇਖੀ ਸੀਗੀ, ਮਹਿਸੂਸ ਕੀਤੀ ਸੀਗੀ, ਉਹ ਬਹੁਤ ਹੀ ਟੈਂਜੀਬਲ ਸੀਗੀ, ਉਹ ਬਹੁਤ ਹੀ ਜ਼ਿਆਦਾ ਪਾਵਰਫੁਲ ਸੀਗਾ। ਲੇਕਿਨ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਜੇ ਸਾਡੇ ਉੱਤੇ ਜੋ ਮਹਿਮਾ ਰਿਲੀਜ਼ ਕੀਤੀ ਆ ਉਹ ਮੂਸਾ ਨਾਲੋਂ ਵੀ ਵੱਡੀ ਆ। ਮੈਨੂੰ ਉਹ ਗੱਲ ਸਮਝ ਨਹੀਂ ਆ ਰਹੀ, ਇਸ ਲਈ ਉਹ ਗੱਲ ਨੂੰ ਪਲੀਜ਼ ਮੇਰੇ ਅੱਗੇ ਸਾਫ਼ ਕੀਤਾ ਜਾਵੇ। ਜਦੋਂ ਅਸੀਂ ਮੂਸਾ ਦੀ ਕਹਾਣੀ ਨੂੰ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਤੁਸੀਂ ਦੇਖਦੇ ਹਾਂ ਕਿ ਉੱਥੇ ਬਹੁਤ ਜ਼ਿਆਦਾ ਮਹਿਮਾ, ਪਹਾੜ ਦੇ ਉੱਤੇ ਜਦੋਂ ਗਿਆ ਉੱਥੇ ਕਿ ਬਹੁਤ ਹੀ ਜ਼ਿਆਦਾ ਲਾਈਟਨਿੰਗ ਸੀਗੀ, ਖੜਖੜਾਹਟ ਸੀਗੀ। ਔਰ ਤੁਸੀਂ ਫਿਰ ਇਹ ਯਾਦ ਪੜ੍ਹਦੇ ਹਾਂ ਕਿ ਜਦੋਂ ਸਾਡੀ ਮਹਿਮਾ ਉਹਦੇ ਨਾਲੋਂ ਜ਼ਿਆਦੀ ਆ। ਆਓ ਆਪਾਂ ਕਲਾਮ ਦੇ 'ਚੋਂ ਦੇਖਦੇ ਹਾਂ ਦੂਸਰਾ ਕਰੰਥੀਆਂ 3:7 ਵਿੱਚ ਇਸ ਤਰ੍ਹਾਂ ਲਿਖਿਆ ਹੈ, ਹੁਣ ਜਿਹੜੀ ਕਿ ਮੌਤ ਦੀ ਮਿਨਿਸਟਰੀ ਆ ਉਹ ਚਿੱਠੀ ਦੇ ਉੱਤੇ, ਪੱਥਰਾਂ ਦੇ ਉੱਤੇ ਲਿਖੀ ਗਈ ਸੀਗੀ। ਲੋਕੀ ਸਮਝਣ ਇਸ ਗੱਲ ਨੂੰ, ਜਦੋਂ ਇਹ ਮੌਤ ਦੀ ਮਿਨਿਸਟਰੀ ਦੇ ਬਾਰੇ ਗੱਲ ਕਰ ਰਹੇ ਆ, ਉਹ ਕਹਿ ਰਹੇ ਸੀਗੇ ਕਿ ਜੋ ਕਾਨੂੰਨ ਸੀਗਾ, ਜੋ ਸ਼ਰ੍ਹਾ ਸੀਗੀ ਉਹ ਇੱਕ ਤਰ੍ਹਾਂ ਦਾ ਕਾਨੂੰਨ ਤੁਹਾਡੇ ਦਿਲ ਦੇ ਵਿੱਚ ਲੈ ਕੇ ਆਉਂਦੀ ਸੀਗੀ ਕਿ ਤੁਸੀਂ ਹੁਣ ਇਸ ਨੂੰ ਤੁਸੀਂ ਇਸ ਨੂੰ ਓਬੇ ਕਰਨਾ ਹੀ ਕਰਨਾ ਆ। ਇਸ ਕਰਕੇ ਇਸ ਨੂੰ ਮੌਤ ਦੀ ਮਿਨਿਸਟਰੀ ਕਿਹਾ ਗਿਆ ਹੈ, ਕਿਉਂਕਿ ਜੇ ਤੁਸੀਂ ਉਸਨੂੰ ਜੋ ਸ਼ਰ੍ਹਾ ਦਿੱਤੀ ਗਈ ਸੀ, ਜਦੋਂ ਤੁਸੀਂ ਉਸਨੂੰ ਓਬੇ ਨਹੀਂ ਸੀ ਕਰਦੇ ਤਾਂ ਤੁਸੀਂ ਮਰ ਸਕਦੇ ਸੀਗੇ। ਜਿਹੜੀ ਪੁਰਾਣੇ ਨਿਯਮ ਦੀ ਸ਼ਰ੍ਹਾ ਦੀ ਮਿਨਿਸਟਰੀ ਸੀਗੀ ਉਹ ਇੰਨੀ ਜ਼ਿਆਦਾ ਮਹਿਮਾਦਾਇਕ ਸੀ ਕਿ ਮੂਸਾ ਦੇ ਚਿਹਰੇ ਨੂੰ ਲੋਕੀ ਦੇਖ ਨਹੀਂ ਪਾ ਰਹੇ ਸੀਗੇ, ਕਿਉਂਕਿ ਮੂਸਾ ਉਸ ਨੂੰ ਲੈ ਕੇ ਆ ਰਿਹਾ ਸੀਗਾ, ਉਸ ਇਨਫੋਰਮੇਸ਼ਨ ਨੂੰ ਜਦੋਂ ਲੈ ਕੇ ਆ ਰਿਹਾ ਸੀਗਾ ਉਹ ਇੱਕ ਮਹਿਮਾ ਦੇ ਨਾਲ ਲੈ ਕੇ ਆ ਰਿਹਾ ਸੀਗਾ। ਔਰ ਕਿਸ ਤਰ੍ਹਾਂ ਉਹ ਆਪਣੀ ਰੂਹ ਤੋਂ ਲੈ ਕੇ ਆ ਰਿਹਾ ਸੀਗਾ, ਕਿਸ ਤਰ੍ਹਾਂ ਉਹਦੀ ਬੋਡੀ 'ਤੇ ਮੈਨੀਫੈਸਟ ਹੋ ਰਹੀ ਸੀਗੀ, ਦਰਸ਼ਤ ਹੋ ਰਹੀ ਸੀਗੀ। ਕਿਉਂਕਿ ਮੂਸਾ ਦਾ ਚਿਹਰਾ ਜੋ ਕਿ ਉਹਦਾ ਜੋ ਚਿਹਰੇ 'ਤੇ ਮਹਿਮਾ ਸੀਗੀ ਉਹ ਖਤਮ ਹੋ ਰਹੀ ਸੀਗੀ। ਇਹ ਰੂਹ ਦੀ ਮਿਨਿਸਟਰੀ ਨਹੀਂ ਗੀ, ਕਿਉਂਕਿ ਇਹ ਰੂਹ ਦੀ ਮਿਨਿਸਟਰੀ ਵਿੱਚ ਹੋਰ ਵੀ ਮਹਿਮਾ ਆ। ਜਿਹੜੀ
ਜਿਹੜੀ ਮਿਨਿਸਟਰੀ ਦਾ ਅੰਤ ਹੋ ਰਿਹਾ ਆ, ਜਿਹੜੀ ਦੂਸਰੀ ਮਿਨਿਸਟਰੀ ਦੀ ਗੱਲ ਕਰ ਰਹੇ ਆ, ਉਹ ਨਵੇਂ ਨਿਯਮ ਦੇ ਵਿੱਚ ਹੈ ਜੋ ਕਿ ਇਟਰਨਿਟੀ ਤੱਕ ਜਾਏਗੀ। ਉਹ ਕਹਿ ਰਿਹਾ ਕਿ ਕਿਉਂਕਿ ਕੋਈ ਚੀਜ਼ ਖਤਮ ਹੋ ਰਹੀ ਆ, ਚਾਹੇ ਕਿੰਨੀ ਮਹਿਮਾ ਦੇ ਵਿੱਚ ਸੀਗੀ, ਲੇਕਿਨ ਕਿਉਂਕਿ ਉਹਦਾ ਅੰਤ ਸੀਗਾ, ਲੇਕਿਨ ਜਿਹੜੀ ਸਦਾ ਤੱਕ ਕਰਿਆ ਉਹ ਵੱਡੀ ਆ ਉਹਦੇ ਨਾਲੋਂ ਜਿਹੜੀ ਖਤਮ ਹੋ ਚੁੱਕੀ ਆ। ਇਹ ਸਾਨੂੰ ਸਮਝ ਆਉਂਦੀ ਹੈ ਇਸ ਤੋਂ ਕਿ ਪਰਮੇਸ਼ਵਰ ਕਿਸ ਤਰ੍ਹਾਂ ਦੇਖਦਾ ਹੈ ਜਿਹੜੀ ਸਕਸੈਸ ਨੂੰ। ਉਸ ਤਰ੍ਹਾਂ ਇਨਸਾਨ ਨਹੀਂ ਦੇਖਦੇ ਸਕਸੈਸ ਨੂੰ। ਜੇ ਮੈਂ ਤੁਹਾਨੂੰ ਤੋੜ ਕੇ ਇਸ ਨੂੰ ਦੱਸਾਂ, ਮੈਂ ਇਹਨੂੰ ਸਿੰਪਲੀਫਾਈ ਕਰ ਰਿਹਾ, ਮੈਂ ਇਸ ਨੂੰ ਸਿੰਪਲੀਫਾਈ ਕਰਕੇ ਦੱਸਣਾ ਮੰਗਦਾ ਹਾਂ। ਇਹ ਕਹਿਣਾ, ਇਹ ਆਦਮੀ, ਮੈਨੂੰ ਯਾਦ ਆ ਜਦੋਂ ਮੈਂ 19 ਸਾਲਾਂ ਦਾ ਸੀਗਾ, ਮੈਂ ਕਾਨਫਰੰਸ ਕਰ ਰਿਹਾ ਸੀਗਾ ਔਰ ਉਹਨਾਂ ਨੇ ਮੈਨੂੰ ਇੱਕ ਆਦਮੀ ਲੈ ਕੇ ਆਏ ਮੇਰੇ ਕੋਲ। ਉਹ ਹੋਮਲੈਸ ਲੱਗਦਾ ਸੀਗਾ। ਉਹ ਲੱਗ ਰਿਹਾ ਸੀਗਾ ਕਿ ਉਸਨੇ ਆਪਣਾ ਖਿਆਲ ਨਹੀਂ ਰੱਖਿਆ ਹੋਇਆ। ਔਰ ਜਿਹੜੇ ਪਰਮੇਸ਼ਵਰ ਦਾ ਬੰਦਾ ਉਹਨੂੰ ਮੇਰੇ ਕੋਲ ਲੈ ਕੇ ਆਇਆ ਸੀਗਾ, ਉਹਦੇ ਕੋਲ ਇੱਕ ਜਿਸ ਤਰ੍ਹਾਂ ਅਰਜੈਂਸੀ ਸੀਗੀ। ਉਸਨੇ ਮੈਨੂੰ ਐਕਸਪਲੇਨ ਕਰਨਾ ਸ਼ੁਰੂ ਕੀਤਾ ਔਰ ਉਸਨੇ ਮੈਨੂੰ ਕਿਹਾ ਕਿ ਇਸ ਆਦਮੀ ਦੇ ਕੋਲ 3 ਆਇਲ ਬਿਜ਼ਨੈਸਿਸ ਸੀਗੇ, ਕਿੰਨਾ ਇਹਦੇ ਕੋਲ ਪ੍ਰਾਪਰਟੀ ਸੀਗੀਆਂ, ਇਹਦੇ ਕੋਲ ਕਿੰਨੀਆਂ ਕਾਰਾਂ ਸੀਗੀਆਂ। ਹਫ਼ਤਿਆਂ ਦੇ ਵਿੱਚ ਸਾਰਾ ਕੁਝ ਖਤਮ ਹੋ ਗਿਆ। ਇੱਥੇ ਤੱਕ ਕਿ ਜਿਹੜੀ ਇਹਦੀ ਪਤਨੀ ਸੀਗੀ ਉਸਨੇ ਉਹਨੂੰ ਤਲਾਕ ਦੇ ਦਿੱਤਾ। ਔਰ ਇਹ ਉਹ ਇਨਸਾਨ ਸੀਗਾ ਜੋ ਕਿ ਪਾਗਲ ਹੋ ਰਿਹਾ ਸੀਗਾ। ਇੱਕ ਪੁਆਇੰਟ ਤੇ ਉਸਨੇ ਇੱਕ ਬਹੁਤ ਮਹਿਮਾ ਨੂੰ ਐਕਸਪੀਰੀਅੰਸ ਕੀਤਾ ਸੀਗਾ। ਜੋ ਵੀ ਉਸ ਕਮਰੇ ਦੇ ਵਿੱਚ ਸੀਗਾ ਉਸ ਸਮੇਂ, ਉਹਦੇ ਵਾਂਗੂ ਪੈਸਾ ਤਾਂ ਉਹਨਾਂ ਕੋਲ ਨਹੀਂ ਸੀਗਾ, ਲੇਕਿਨ ਉਹ ਇੱਕ ਮਿਲੀਅਨਰ ਸੀਗਾ। ਕਿਉਂਕਿ ਜੋ ਉਹ ਹੁਣ ਸੀਗਾ ਉਹ ਵੱਡਾ ਆ ਬਜਾਏ ਉਹਦੇ ਕਿ ਜੋ ਉਹਦਾ ਪਿਛਲਾ ਸੀਗਾ ਉਹ ਵੱਡਾ ਆ। ਕਿਉਂਕਿ ਇਸ ਕਰਕੇ ਜੇ ਅਸੀਂ ਇਹ ਸੋਚੀਏ ਕਿ ਜੇ ਸਾਡੀ ਜਿਹੜੀ ਮਹਿਮਾ ਮੂਸਾ ਨਾਲੋਂ ਵੱਡੀ ਆ, ਉਹ ਇਹ ਕਹਿ ਦੇਣਾ ਜਸਟੀਫਾਈ ਨਿਗਾ, ਅਸੀਂ ਉਹਨੂੰ ਕਹਿ ਕੇ ਐਕਸਾਈਟਡ ਨਹੀਂ ਹੋ ਸਕਦੇ, ਉਹਨੂੰ ਅਸੀਂ ਕਹਿ ਕੇ ਖੁਸ਼ ਨਹੀਂ ਹੋ ਸਕਦੇ। ਇਹਦੇ ਨਾਲ ਵੱਡੀ ਕੋਈ ਗੱਲ ਆ ਜਿਸ ਸਾਨੂੰ ਸਮਝਣ ਦੀ ਬਹੁਤ ਲੋੜ ਆ। ਸਾਨੂੰ ਇਸ ਲਈ ਪਰਮੇਸ਼ਵਰ ਦੀ ਅੱਖਾਂ ਦੇ ਵਿੱਚੋਂ ਦੇਖਣ ਦੀ ਲੋੜ ਆ। ਆਓ ਆਪਾਂ ਅੱਗੇ ਪੜ੍ਹਦੇ ਹਾਂ। ਦੂਸਰੀ ਆਇਤ 9ਵੀਂ ਆਇਤ ਦੇ ਵਿੱਚ ਇੱਥੇ ਇਸ ਤਰ੍ਹਾਂ ਲਿਖਿਆ ਆ, ਭਾਵ ਇਹ ਹੈ ਕਿ ਪੁਰਾਣਾ ਕਰਾਰ ਜੋ ਲੋਕਾਂ ਦੇ ਪਾਪਾਂ ਦੀ ਦੋਸ਼ੀ ਹੋਣ ਦਾ ਨਿਰਣਾ ਕਰਦਾ ਹੈ, ਹਾਲੇ ਵੀ ਉਸ ਦੀ ਮਹਿਮਾ ਸੀ। ਜਿਹੜਾ ਮਿਨਿਸਟਰੀ ਕੰਡਮਨੇਸ਼ਨ ਦੀ ਮਿਨਿਸਟਰੀ ਹੈ, ਦੋਸ਼ ਲਾਉਣ ਦੀ ਮਿਨਿਸਟਰੀ ਆ, ਉਹਦਾ ਆਪੋਜ਼ਿਟ ਨੀਗਾ ਕਿ ਗ੍ਰੇਸ ਦੀ ਮਿਨਿਸਟਰੀ ਆ। ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਕੀ ਦੇਖਿਆ। 9ਵੀਂ ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਭਾਵ ਇਹ ਹੈ ਕਿ ਉਹ ਪੁਰਾਣਾ ਕਰਾਰ ਜੋ ਲੋਕਾਂ ਦੇ ਪਾਪਾਂ ਦੇ ਦੋਸ਼ੀ ਹੋਣ ਦਾ ਨਿਰਣਾ ਕਰਦਾ ਹੈ, ਹਾਲੇ ਵੀ ਉਸ ਦੀ ਮਹਿਮਾ ਸੀ। ਤਾਂ ਅਜਿਹਾ ਨਵਾਂ ਕਰਾਰ ਜਿਹੜਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ, ਨਿਸ਼ਚਿਤ ਹੀ ਮਹਾਨ ਮਹਿਮਾ ਰੱਖਦਾ ਹੈ। ਸਾਡੀ ਜਨਰੇਸ਼ਨ ਨੂੰ ਇਸ ਨੂੰ ਲੈਣਾ ਬਹੁਤ ਜ਼ਰੂਰੀ ਆ, ਕਿਉਂਕਿ ਅਸੀਂ ਬਹੁਤ ਸਿੰਪਲੀਫਾਈ ਕਰ ਦਿੱਤਾ ਗ੍ਰੇਸ ਨੂੰ, ਬਹੁਤ ਥਿਓਲੋਜੀ ਨੂੰ ਬਹੁਤ ਹੀ ਸਿੰਪਲੀਫਾਈ ਕਰ ਦਿੱਤਾ। ਅਸੀਂ ਕਹਿੰਦੇ ਹਾਂ ਕਿ ਅਸੀਂ ਕਹਿ ਦਿੰਦੇ ਹਾਂ ਕਿ ਤੁਹਾਨੂੰ ਲਾਇਸੈਂਸ ਮਿਲਿਆ ਕਿ ਤੁਸੀਂ ਪਾਪ ਕਰ ਸਕਦੇ ਆ, ਲੇਕਿਨ ਜੇ ਤੁਸੀਂ ਪਰਮੇਸ਼ਵਰ ਨੂੰ ਪੁੱਛੋ
ਨਵੇਂ ਨਿਯਮ ਦੇ ਵਿੱਚ ਕਿ ਇੱਕ ਡਿਮਾਂਡ ਹੈ ਸਾਡੇ ਉੱਤੇ ਕਿ ਅਸੀਂ ਹੋਰ ਵੀ ਪਾਕ ਰਹੀਏ। ਯਿਸੂ ਮਸੀਹ ਨੇ ਕਿਹਾ, ਉਸਨੇ ਕਿਹਾ ਕਿ ਮੇਰੇ ਵਾਂਗੂ ਪਵਿੱਤਰ ਬਣੋ। ਪੁਰਾਣੇ ਨਿਯਮ ਦੇ ਵਿੱਚ ਕਾਨੂੰਨ ਸੀਗੇ, ਸ਼ਰਾ ਸੀਗੇ, ਜਿਹੜੇ ਕਿ ਉਹ ਗੁਨਾਹ ਜੋ ਉਹਨਾਂ ਨੇ ਪਰਸਨ ਦੇ ਵਿੱਚ ਨਹੀਂ ਕੀਤੇ ਸੀਗੇ ਉਹ ਬਚ ਸਕਦੇ ਸੀਗੇ। ਲੇਕਿਨ ਯਿਸੂ ਮਸੀਹ ਨੇ ਨਵੇਂ ਨਿਯਮ ਦੇ ਵਿੱਚ ਕਿਹਾ ਕਿ ਸਿਰਫ ਗੁਨਾਹ ਕਰਨੇ ਹੀ ਉਹ ਕਹਿੰਦਾ ਕਿ ਭਾਵੇਂ ਜੇ ਤੁਸੀਂ ਕਿਸੇ ਇਸਤਰੀ ਨਾਲ ਸੁੱਤੇ ਨਹੀਂ, ਲੇਕਿਨ ਜੇ ਤੁਸੀਂ ਉਹਨੂੰ ਆਪਣੀ ਬੁਰੀ ਨਜ਼ਰ ਨਾਲ ਦੇਖ ਹੀ ਲਿਆ ਆ, ਤੁਸੀਂ ਪਾਪ ਕਰ ਦਿੱਤਾ ਆ। ਨਵੇਂ ਨਿਯਮ ਦੇ ਵਿੱਚ ਜਿਹੜਾ ਸਟੈਂਡਰਡ ਆ ਉਹ ਬਹੁਤ ਉੱਚਾ ਆ। ਲੇਕਿਨ ਕਈ ਵਾਰ ਦੁਸ਼ਮਣ ਜਿਹੜਾ ਆ ਸਾਨੂੰ ਇੱਦਾਂ ਦੀ ਥਿਓਲੋਜੀਜ਼ ਲੈ ਕੇ ਆਉਂਦੇ ਕਿ ਅਸੀਂ ਆਪਣਾ ਜੋ ਪਾਪ ਹੈ ਉਹ ਜਸਟੀਫਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕਹਿ ਦਿੰਦੇ ਹਾਂ ਫਿਰ ਕੀ ਹੋਇਆ ਕਿ ਪਰਮੇਸ਼ਵਰ ਦੀ ਕਿਰਪਾ ਆ, ਉਹ ਸਾਨੂੰ ਢੱਕ ਲਵੇਗੀ। ਨਵੇਂ ਨਿਯਮ ਦੇ ਵਿੱਚ ਕੋਈ ਪਾਪ, ਕੋਈ ਦੋਸ਼ ਨਹੀਂਗਾ। ਔਰ ਉਹਨਾਂ ਦੀ ਉਹ ਕਹਿੰਦੇ ਕਿ ਨਵੇਂ ਨਿਯਮ ਦੇ ਵਿੱਚ ਜੋ ਆ ਉਹ ਪਰਮੇਸ਼ਵਰ ਦੀ ਕਿਰਪਾ ਦੇ ਥੱਲੇ ਹੈ, ਕਿਉਂਕਿ ਕੋਈ ਦੋਸ਼ ਨਹੀਂ ਗਾ ਨਵੇਂ ਨਿਯਮ ਦੇ ਵਿੱਚ। ਬਹੁਤ ਹੀ ਜ਼ਿਆਦਾ ਸਾਡੇ ਉੱਤੇ ਇਹ ਹੈਗਾ ਕਿ ਅਸੀਂ ਹੋਰ ਵੀ ਜ਼ਿਆਦਾ ਪਵਿੱਤਰ ਬਣੀਏ। ਇਸੇ ਕਰਕੇ ਜਿਹੜੇ ਦੋਸ਼ ਦੀ ਮਿਨਿਸਟਰੀ ਆ ਉਹ ਬਹੁਤ ਛੋਟੀ ਆ ਪਰਮੇਸ਼ਵਰ ਦੀ ਦਇਆ ਦੀ ਮਿਨਿਸਟਰੀ ਨਾਲੋਂ। 10 ਦੀ ਆਇਤ 'ਚ ਲਿਖਿਆ ਹੈ, ਉਸ ਪੁਰਾਣੇ ਕਰਾਰ ਦੀ ਮਹਿਮਾ ਸੀ, ਪਰ ਜਦੋਂ ਪੁਰਾਣੀ ਮਹਿਮਾ ਦੀ ਸਮਾਨਤਾ ਨਵੇਂ ਕਰਾਰ ਦੀ ਵਡੇਰੀ ਮਹਿਮਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਆਪਣੀ ਮਹਿਮਾ ਗਵਾ ਲੈਂਦਾ ਹੈ। ਕਿਉਂਕਿ 10:7 ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਿਉਂਕਿ ਜਿਹੜੀ ਮਹਿਮਾ ਜਿਹੜੀ ਪੁਰਾਣੀ ਮਹਿਮਾ ਸੀਗੀ ਉਹ ਖਤਮ ਹੋ ਚੁੱਕੀ ਆ। ਉਹ ਕਹਿੰਦਾ ਕਿ ਇੱਕ ਟ੍ਰਾਂਜੀਸ਼ਨ ਹੋ ਰਹੀ ਆ, ਇੱਕ ਯਾਤਰਾ ਆ। ਅਸੀਂ ਜਿਸ ਤਰ੍ਹਾਂ ਕੀ ਗੱਲ ਕਰ ਰਹੇ ਸੀਗੇ, ਕਿਸ ਤਰ੍ਹਾਂ ਇੱਕ ਚੀਜ਼ ਦਾ ਅੰਤ ਹੁੰਦਾ ਹੈ ਔਰ ਦੂਸਰੀ ਚੀਜ਼ ਦੀ ਸ਼ੁਰੂਆਤ ਹੁੰਦੀ ਆ। ਟ੍ਰਾਂਜੀਸ਼ਨ ਪੁਆਇੰਟ ਕੀ ਸੀਗਾ? ਪਰ ਆਇਤ ਨੂੰ ਪੜ੍ਹਿਆ ਜਾਵੇ, ਜੇ ਉਹ ਨਵਾਂ ਕਰਾਰ ਜਿਹੜਾ ਮਹਿਮਾ ਨਾਲ ਆਇਆ ਫਿੱਕੀ ਹੋ ਸਕਦਾ ਹੈ ਤਾਂ ਨਵਾਂ ਕਰਾਰ ਜਿਹੜਾ ਸਦੀਵੀ ਜਾਰੀ ਰਹੇਗਾ ਮਹਿਮਾ ਰੱਖਦਾ ਹੈ, ਮਹਾਨ ਮਹਿਮਾ ਰੱਖਦਾ ਹੈ। ਜੇ ਉਹ ਨਵਾਂ ਕਰਾਰ ਜਿਹੜਾ ਮਹਿਮਾ ਨਾਲ ਆਇਆ ਫਿੱਕੀ ਹੋ ਸਕਦਾ ਹੈ ਤਾਂ ਨਵਾਂ ਕਰਾਰ ਜਿਹੜਾ ਸਦੀਵੀ ਜਾਰੀ ਰਹੇਗਾ ਮਹਾਨ ਮਹਿਮਾ ਰੱਖਦਾ ਹੈ। ਜਿਹੜਾ ਚਾਹੇ ਇਸ ਗੱਲ ਨੂੰ ਅਸੀਂ ਸਮਝਿਆ ਜਾਂ ਨਹੀਂ ਸਮਝਿਆ, ਲੇਕਿਨ ਉਸੇ ਹੀ ਸਮੇਂ ਬਿਲੀਵ ਕਰਨਾ ਇਹਨੂੰ ਬਹੁਤ ਜ਼ਰੂਰੀ ਹੈ ਕਿ ਜੋ ਸਾਡੇ ਕੋਲ ਹੈ ਉਹ ਵੱਡਾ ਆ ਜੋ ਮੂਸਾ ਦੇ ਕੋਲ ਸੀਗਾ। ਅਸੀਂ ਕਹਿੰਦੇ ਨੇ ਕਿ ਸਾਡੇ ਕੋਲ ਮਹਿਮਾ ਜ਼ਿਆਦੀ ਆ, ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਉਹ ਦਰਸਾਈ ਗਈ ਆ। ਅਸੀਂ ਇਸ ਲਈ ਸੀਰੀਜ਼ ਕਰ ਰਹੇ ਹਾਂ, ਸਾਨੂੰ ਫਿਰ ਸੀਰੀਜ਼ ਦੀ ਲੋੜ ਨਹੀਂ ਹੋਣੀ ਸੀਗੀ। ਇਹਦਾ ਮਤਲਬ ਸਾਨੂੰ ਇਹਦੀ ਲੋੜ ਨਹੀਂ ਸੀ ਪੈਣੀ ਇਸ ਸੀਰੀਜ਼ ਦੀ। ਲੇਕਿਨ ਕਿਉਂਕਿ ਇਹ ਇਹਦੀ ਪ੍ਰਦਰਸ਼ਿਤ ਨਹੀਂ ਹੋਈ ਹਾਲੇ, ਇਸ ਕਰਕੇ ਤੁਹਾਨੂੰ ਇਹ ਕੁਐਸਚਨ ਆਇਆ, ਇਸ ਜਸਟੀਫਾਈਡ ਕੁਐਸਚਨ ਆ। ਇਸ ਲਈ ਮੈਂ ਕਿਹਾ ਟ੍ਰਾਂਜੀਸ਼ਨ ਦੇ ਬਾਰੇ ਇਹ ਸਮਝਣ ਦੇ ਵਾਸਤੇ ਕਿ ਇਸ ਮਹਿਮਾ ਤੋਂ ਆ ਮਹਿਮਾ ਕਿੱਦਾਂ ਵੱਡੀ ਆ, ਟ੍ਰਾਂਜੀਸ਼ਨ ਕਿੱਥੇ ਹੁੰਦਾ ਆ। ਜਿਹੜਾ ਅਖੀਰਲਾ ਪਰਸਨ ਸੀਗਾ ਜਿਨ੍ਹਾਂ ਨੇ ਓਲਡ ਟੈਸਟਮੈਂਟ ਦੀ ਗਲੋਰੀ ਨੂੰ ਕੈਰੀ ਕੀਤਾ ਜਿਸ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ, ਉਹ ਯਹੂਨਾ ਬਪਤਿਸਮਾ ਦੇਣ ਵਾਲਾ ਸੀਗਾ। ਜਿਹੜਾ ਅਖੀਰਲਾ ਇੰਡੀਵਿਜੂਅਲ ਸੀਗਾ ਓਲਡ ਕਵਨੈਂਟ ਦਾ, ਉਹ ਯਹੂਨਾ ਬਪਤਿਸਮਾ ਦੇਣ ਵਾਲਾ ਸੀਗਾ। ਉਸ ਤੋਂ ਬਾਅਦ ਤੁਹਾਨੂੰ ਜ਼ੂਮ ਇਨ ਕਰਨਾ ਪੈਣਾ ਹੈ ਕਿ ਉਹਦੀ ਟੈਸਟਮਨੀ, ਯਿਸੂ ਦੀ ਗਵਾਹੀ ਕੀ ਸੀਗੀ ਯਹੂਨਾ ਬਪਤਿਸਮਾ ਦੇਣ ਦੇ ਬਾਰੇ। ਉਸ ਨੂੰ ਸਮਝਣਾ ਕਿ ਇੱਥੋਂ ਉੱਥੇ ਗੱਲ ਤੱਕਰ ਕਿੱਦਾਂ ਪਹੁੰਚੀ, ਸਾਨੂੰ ਉਸ ਫਾਈਨਲ ਲਿੰਕ ਤੇ ਧਿਆਨ ਦੇਣਾ ਪਏਗਾ। ਔਰ ਮੇਰਾ ਮੰਨਣਾ ਹੈ ਕਿ ਮੱਤੀ ਦੀ ਅੰਜੀਲ ਉਹਦਾ 11 ਬਾਬ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ
ਉਹਦੀ 10:7 ਵਿੱਚ, ਮੱਤੀ 11। ਔਰ ਇਹ ਉਹ ਆ ਜਿਹਦੇ ਬਾਰੇ ਲਿਖਿਆ ਗਿਆ ਹੈ ਕਿ ਦੇਖੋ ਮੈਂ ਆਪਣਾ ਮੈਸੇਂਜਰ ਘੱਲਦਾ ਤੁਹਾਡੇ 7 ਤੋਂ ਸ਼ੁਰੂ ਕਰਦੇ ਹਾਂ। ਮੱਤੀ ਅੰਜੀਲ 11 ਉਹਦੀ 7। ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਸਾਨੂੰ ਹੁਣ ਯਹੂਦਾ ਦੇ ਵਾਪਸ ਜਾਣਾ ਚਾਹੀਦਾ ਹੈ। ਚੇਲਿਆਂ ਨੇ ਆਖਿਆ, ਪਰ ਗੁਰੂ ਥੋੜ੍ਹਾ ਪਹਿਲਾਂ ਯਹੂਦੀਆ ਵਿੱਚ ਚੇਲਿਆਂ ਨੇ ਆਖਿਆ ਪਰ ਗੁਰੂ ਥੋੜ੍ਹਾ ਚਿਰ ਪਹਿਲਾਂ। ਇੱਥੇ ਯਿਸੂ ਗੱਲ ਕਰ ਰਿਹਾ ਹੈ ਲੋਕਾਂ ਦੀ ਐਕਸਪੈਕਟੇਸ਼ਨ ਦੇ ਬਾਰੇ। ਲੋਕਾਂ ਦੀ ਬਹੁਤ ਐਕਸਪੈਕਟੇਸ਼ਨ ਸੀਗੀਆਂ। ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਜੋ ਹਵਾ ਦੇ ਨਾਲ ਜੋ ਵੀਡ ਆ ਉਹ ਇੱਧਰ ਉੱਧਰ ਘੁੰਮਦਾ ਆ। ਲੋਕੀ ਡਰਾਮਾ ਲਾਈਕ ਕਰਦੇ ਆ। ਇਹਦਾ ਇਹ ਮਤਲਬ ਨਹੀਂ ਗਾ ਕਿ ਪਰਮੇਸ਼ਰ ਉਹਦੇ ਵਿੱਚ ਆ। ਮੈਨੂੰ ਯਾਦ ਆ ਮੇਰੇ ਪਿਤਾ ਨੇ ਇੱਕ ਐਗਜ਼ਾਮਪਲ ਦਿੱਤਾ ਸੀਗਾ। ਉਹਨਾਂ ਨੇ ਇੱਕ ਵਾਰੀ ਕਿਹਾ, ਅਸੀਂ ਪੈਸਾ ਖਰਚ ਕਰਦੇ ਹਾਂ ਪੈਸਾ ਖਰਚ ਕਰਦੇ ਹਾਂ ਬਾਂਦਰਾਂ ਨੂੰ ਦੇਖਣ ਦੇ ਵਾਸਤੇ ਜੋ ਕਿ ਇੱਕ ਪੇੜ ਤੋਂ ਦੂਸਰੇ ਪੇੜ ਤੱਕ ਟੱਪਦੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਤੋਂ ਸਾਨੂੰ ਕੁਛ ਲੱਭਦਾ ਆ ਚੰਗਾ। ਔਰ ਉਸਨੇ ਕਿਹਾ ਲੋਕ ਇਕੱਠੇ ਹੁੰਦੇ ਆ ਡਰਾਮਾ ਦੇਖਣ ਦੇ ਵਾਸਤੇ, ਪਰ ਦਾ ਮਤਲਬ ਇਹ ਨਹੀਂ ਕਿ ਪਰਮੇਸ਼ਰ ਉਹਦੇ ਵਿੱਚ ਆ। ਉਹ ਪਰਮੇਸ਼ਰ ਉਹਨਾਂ ਦੇ ਕੌਨਸ਼ੀਅਸਨੈਸ 'ਤੇ ਗੱਲ ਕਰ ਰਿਹਾ ਹੈ। ਫਿਰ ਉਹ ਗੱਲ ਕਰ ਰਿਹਾ ਸੌਫਟ ਰੂਟਸ ਦੀ, ਜਿੱਥੇ ਵੀ ਇਹ ਸਿਗਨੀਫਿਕੈਂਸ ਹੁੰਦੀ ਸੀ। ਜਿਹੜੇ ਕਿ ਅਮੀਰ ਲੋਕੀ ਸੀਗੇ ਉਹ ਆਉਂਦੇ ਸੀਗੇ। ਬਹੁਤ ਹੀ ਡਰਾਮੈਟਿਕ ਹੁੰਦਾ ਸੀਗਾ। ਯਿਸੂ ਮਸੀਹ ਕਹਿੰਦਾ ਹੈ ਤੁਸੀਂ ਉੱਥੇ ਗਏ ਲੇਕਿਨ ਤੁਸੀਂ ਤੁਹਾਨੂੰ ਕੁਛ ਲੱਭਾ ਨਹੀਂ। ਉਸਨੇ ਐਡਰੈਸ ਕੀਤਾ ਉਸ ਤਰ੍ਹਾਂ, ਤੁਸੀਂ ਕੀ ਦੇਖਣ ਗਏ ਸੀ ਉੱਥੇ? ਤੁਸੀਂ ਉਹ ਨਹੀਂ ਦੇਖਿਆ ਜੋ ਤੁਸੀਂ ਨੱਠ ਕੇ ਦੇਖਣ ਗਏ। ਨੌਵੀਂ ਆਇਤ ਵਿੱਚ ਇਸ ਤਰ੍ਹਾਂ ਲਿਖਿਆ, ਫਿਰ ਤੁਸੀਂ ਬਾਹਰ ਕੀ ਵੇਖਣ ਲਈ ਨਿਕਲੇ ਸੀ? ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਦੱਸਦਾ, ਯਹੂਨਾ ਨਬੀ ਨਾਲੋਂ ਵੀ ਵਧੇਰੇ ਹੈ। ਇਹ ਉਹ ਜੋ ਜਿਸ ਦੇ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਸੀਗਾ, ਸੁਣੋ ਮੈਂ ਤੁਹਾਡੇ ਅੱਗੇ ਆਪਣਾ ਦੂਤ ਘੱਲ ਰਿਹਾ ਹਾਂ ਜਿਹੜਾ ਕਿ ਤੁਹਾਡੇ ਲਈ ਤੁਹਾਡਾ ਰਾਹ ਤਿਆਰ ਕਰੇਗਾ। ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਸਾਰੇ ਆਦਮੀਆਂ ਵਿੱਚੋਂ ਜਿਹੜੇ ਔਰਤਾਂ ਤੋਂ ਜੰਮੇ ਹਨ ਕੋਈ ਵੀ ਯਹੂਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੈ, ਪਰ ਹਾਲੇ ਵੀ ਜੋ ਸਵਰਗ ਦੇ ਰਾਜ ਵਿੱਚ ਨਿਗੁਣਾ ਹੈ ਉਹ ਯਹੂਨਾ ਤੋਂ ਵੱਡਾ ਹੈ। ਇਹ ਬਹੁਤ ਹੀ ਲੋਡਡ ਵਰਸ ਹੈ ਜਿਹਦੇ ਵਿੱਚ ਮੈਂ ਆਪਣੀ ਟੌਪਿਕ ਦੇ ਨਾਲ ਸਟਿਕ ਕਰਨ ਦੀ ਕੋਸ਼ਿਸ਼ ਕਰੂੰਗਾ। ਉਹ ਕਹਿ ਰਿਹਾ ਹੈ ਕਿ ਜਿਹੜੇ ਕਿ ਔਰਤ ਤੋਂ ਪੈਦਾ ਹੋਏ ਆ ਉਹਨਾਂ ਵਿੱਚੋਂ ਕੋਈ ਵੀ ਯਹੂਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੈ। ਔਰ ਉਹਨਾਂ ਮੂਸਾ ਨੂੰ ਸੋਚਦੇ ਸੀ ਕਿ ਸਭ ਤੋਂ ਵੱਡਾ ਪ੍ਰੋਫਿਟ, ਜਿਸ ਤਰ੍ਹਾਂ ਕਿ ਉਸਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਇਆ ਔਰ ਕਿਸ ਤਰ੍ਹਾਂ ਉਹ ਪਰਮੇਸ਼ਰ ਦੇ ਨਾਲ ਆਮਣੋ ਸਾਹਮਣੇ ਗੱਲ ਕਰਦਾ ਸੀਗਾ। ਉਹ ਸਾਰੀਆਂ ਗੱਲਾਂ ਦੇ ਨਾਲ ਉਹ ਸੋਚਦੇ ਸੀਗੇ ਕਿ ਮੂਸਾ ਜਿਹੜਾ ਸੀਗਾ ਉਹ ਸਾਰਿਆਂ ਨਾਲੋਂ ਵੱਡਾ ਪ੍ਰੋਫਿਟ ਸੀਗਾ। ਔਰ ਪਰਮੇਸ਼ਰ ਗੱਲ ਕਰ ਰਿਹਾ, ਉਹ ਕਹਿ ਰਿਹਾ ਕਿ ਮੂਸਾ ਨਹੀਂ ਸੀਗਾ। ਉਹ ਹੁਣ ਯਿਸੂ ਮਸੀਹ ਉਹਨਾਂ ਨੂੰ ਝਟਕਾ ਦੇ ਰਿਹਾ ਆ। ਉਹ ਕਹਿੰਦਾ ਕਿ ਉਹ ਮੂਸਾ ਨਹੀਂ ਸੀਗਾ ਔਰ ਉਹ ਐਕਸਪਲੇਨ ਕਰ ਰਿਹਾ ਆ। ਉਹ ਕਹਿੰਦਾ ਕਿ ਉਹ ਜਿਹੜੇ ਵੀ ਔਰਤ ਤੋਂ ਜੰਮੇ ਆ, ਯਿਸੂ ਮਸੀਹ ਕਾਇੰਡ ਹੈ ਇਸ ਵੇਲੇ ਜੋ ਕਿ ਨਾਮ ਨਹੀਂ ਲੈ ਰਹੇ। ਉਹ ਕਹਿੰਦੇ ਕਿ ਜਿੰਨੇ ਵੀ ਔਰਤ ਤੋਂ ਜੰਮੇ ਉਹ ਉਤਪਤੀ ਤੱਕਰ ਜਾ ਰਹੇ ਆ, ਉੱਥੇ ਤੱਕਰ ਜਾ ਰਹੇ ਆ। ਉਹ ਕਹਿੰਦੇ ਕਿ ਜਿੰਨਿਆਂ ਨੇ ਵੀ ਔਰਤ ਤੋਂ ਜਨਮ ਲਿਆ ਹੈ ਉਹਨਾਂ ਤੋਂ ਸਭ ਤੋਂ ਵੱਡਾ
ਉਹ ਕਹਿੰਦਾ ਕਿ ਯਹੂਨਾ ਬਪਤਿਸਮਾ ਦੇਣ ਵਾਲਾ ਹੈ। ਕਿਉਂ? ਕਿਉਂਕਿ ਯਹੂਨਾ ਉਹ ਸੀਗਾ, ਕਿਉਂਕਿ ਉਸਨੇ ਰਸਤਾ ਤਿਆਰ ਕੀਤਾ ਸੀਗਾ ਪਰਮੇਸ਼ਵਰ ਦੇ ਆਉਣ ਦਾ, ਉਹਦੀ ਮਹਿਮਾ ਦੀ ਆਉਣ ਦਾ। ਇਸ ਗੱਲ ਨੂੰ ਨਾ ਭੁੱਲਿਆ ਜਾਵੇ। ਯਿਸੂ ਮਸੀਹ ਜੋ ਪਰਮੇਸ਼ਵਰ ਪਿਤਾ ਦੀ ਮਹਿਮਾ ਆ, ਉਹਦਾ ਪ੍ਰਕਾਸ਼ਨ ਆ। ਪਰਮੇਸ਼ਵਰ ਕਹਿੰਦਾ ਆ ਕਿ ਉਹ ਜਿਹੜੇ ਕਿ ਪਰਮੇਸ਼ਵਰ ਦੀ ਮਹਿਮਾ ਨੂੰ ਅੱਗੇ ਲੈ ਕੇ ਆ ਰਿਹਾ ਆ, ਯਿਸੂ ਦੀ ਮਹਿਮਾ ਨੂੰ ਅੱਗੇ, ਪਰਮੇਸ਼ਵਰ ਯਿਸੂ ਦੀ ਮਹਿਮਾ ਨੂੰ ਦਰਸਾਉਂਦਾ ਹੈ, ਉਹ ਸਾਰੇ ਨਬੀਆਂ ਤੋਂ ਵੱਡਾ ਆ। ਤੁਸੀਂ ਯਿਸੂ ਦੇ ਪਰਸਪੈਕਟਿਵ ਨੂੰ ਦੇਖੋ। ਉਹ ਕਹਿੰਦਾ, ਤੁਸੀਂ ਸੋਚੋਗੇ ਕਿ ਜੋ ਕਿ ਮਹਿਮਾ ਨੂੰ ਦਰਸਾਉਂਦਾ ਆ, ਮਹਿਮਾ ਨੂੰ ਲੈ ਕੇ ਆਉਂਦਾ ਆ, ਉਹਦੀ ਸਭ ਤੋਂ ਵੱਡੀ ਗਲੋਰੀ ਸੀ, ਲੇਕਿਨ ਉਹ ਨਹੀਂ ਗੀ। ਪਰਮੇਸ਼ਵਰ ਯਿਸੂ ਮਸੀਹ ਕਹਿੰਦਾ ਹੈ ਕਿ ਜੋ ਮੇਰੀ ਮਹਿਮਾ ਨੂੰ, ਮੇਰੇ ਪ੍ਰਕਾਸ਼ਨ ਨੂੰ ਦਿਖਾ ਰਿਹਾ ਸੀਗਾ, ਉਹ ਵੱਡਾ ਹੈ ਸਾਰਿਆਂ ਨਾਲੋਂ। ਉਹ ਕਹਿੰਦਾ ਹੈ ਕਿ ਸਾਰੇ ਜਿੰਨੇ ਵੀ ਔਰਤ ਤੋਂ ਜੰਮੇ ਆ, ਉਹਨਾਂ ਸਾਰਿਆਂ ਨਾਲੋਂ ਯਹੂਨਾ ਬਪਤਿਸਮਾ ਦੇਣ ਵਾਲਾ ਵੱਡਾ ਆ। ਹੁਣ ਲੋਕੀ ਕਹਿਣਗੇ ਕਿ ਜਿਹੜੀ ਮਹਿਮਾ ਮੂਸਾ ਦੀ ਸੀਗੀ, ਉਹ ਕੁਛ ਵੀ ਨਹੀਂ ਸੀਗੀ ਜੋ ਕਿ ਯਹੂਨਾ ਦੇ ਉੱਤੇ ਮਹਿਮਾ ਸੀਗੀ, ਕਿਉਂਕਿ ਯਹੂਨਾ ਨੇ ਉਸ ਨੂੰ ਚਖਿਆ ਜੋ ਕਿ ਬਹੁਤ ਵੱਡੀ ਮਹਿਮਾ ਸੀਗੀ। ਜੇ ਤੁਸੀਂ ਉੱਤੇ ਦੇਖੋ, ਆਸਮਾਨ ਦੇ ਉੱਤੇ ਤੁਸੀਂ ਇੱਕ ਸਟਾਰ ਦੇਖੋਗੇ ਜੋ ਕਿ ਬਹੁਤ ਹੀ ਉੱਚਾ ਹੈ। ਰਾਤ ਦੇ ਵੇਲੇ ਅਸੀਂ ਸੂਰਜ ਦੀ ਗੱਲ ਕਰ ਰਹੇ ਹਾਂ। ਉਹ ਬਹੁਤ ਹੀ ਚਮਕਦਾ ਹੋਇਆ ਸਿਤਾਰਾ ਆ, ਬਹੁਤ ਹੀ ਚਮਕਦਾ ਹੋਇਆ ਤਾਰਾ। ਜੋ ਸਾਡਾ ਸੂਰਜ ਆ, ਜੋ ਉਹ ਐਵਰੇਜ ਸਟਾਰ, ਉਹ ਉਸਨੂੰ ਐਵਰੇਜ ਸਟਾਰ ਕਿਹਾ ਜਾਂਦਾ ਹੈ। ਚਾਹੇ ਉਹ ਸਭ ਤੋਂ ਚਮਕਦਾ ਜ਼ਿਆਦਾ ਆ, ਜੋ ਕਿ ਅਸੀਂ ਜਿੱਦਾਂ ਚਮਕਦਾ ਉਨੀ ਚਮਕਾਟ ਕਦੀ ਸੀ ਨਹੀਂ ਦੇਖਦੇ, ਲੇਕਿਨ ਕੁਛ ਤਾਰੇ ਇਸ ਤਰ੍ਹਾਂ ਦੇ ਆ ਜੋ ਕਿ ਉਹਦੇ ਨਾਲੋਂ ਵੀ ਜ਼ਿਆਦਾ 100% ਜ਼ਿਆਦਾ ਚਮਕਦੇ ਆ, ਕਿਉਂਕਿ ਉਹ ਤਾਰੇ ਏਡੇ ਦੂਰ ਆ ਸਾਡੀਆਂ ਅੱਖਾਂ ਤੋਂ, ਇਸ ਲਈ ਉਹਨਾਂ ਦੀ ਜਿਹੜੀ ਚਮਕਾਹਟ ਆ, ਉਹਨੇ ਟਰੈਵਲ ਹੀ ਨਹੀਂ ਕੀਤਾ ਸਾਡੇ ਕੋਲ ਆਉਣ ਦੇ ਵਾਸਤੇ। ਹਾਲੇ ਤੱਕ ਅਸੀਂ ਦੇਖਿਆ ਨੀਗਾ ਉਹਨਾਂ ਦੀ ਰੋਸ਼ਨੀ ਨੂੰ, ਲੇਕਿਨ ਇਹਦਾ ਮਤਲਬ ਇਹ ਨੀਗਾ ਕਿ ਉਹ ਹੈ ਨਹੀਂ ਗੇ। ਇਸ ਤਰ੍ਹਾਂ ਸੋਚੋ, ਅਸੀਂ ਪਰਮੇਸ਼ਵਰ ਦੀ ਨਜ਼ਰ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਉੱਤੇ ਦੇਖੋ, ਤੁਸੀਂ ਅਸਮਾਨ ਵੱਲ ਦੇਖਦੇ ਹੋ, ਤੁਸੀਂ ਆਪਣੀ ਅੰਨੀਆਂ ਅੱਖਾਂ ਨਾਲ ਦੇਖਦੇ ਹੋ ਔਰ ਕਹਿੰਦੇ ਹੋ ਕਿ ਹਾਂ, ਇਸ ਦੀ ਰੋਸ਼ਨੀ ਬਹੁਤ ਜ਼ਿਆਦਾ ਆ, ਔਰ ਲੇਕਿਨ ਸਾਨੂੰ ਇਹ ਦੱਸਿਆ ਜਾਂਦਾ ਹੈ ਉਹਨਾਂ ਦੇ ਦੁਆਰਾ ਜੋ ਕਿ ਸਕੋਪ ਯੂਜ਼ ਕਰਦੇ ਆ। ਉਹ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਤਾਰੇ ਹੈਗੇ ਆ ਜੋ ਕਿ ਬਹੁਤ ਵੱਡੇ ਆ ਔਰ ਬਹੁਤ ਤਾਕਤਵਰ ਆ, ਜਿਨ੍ਹਾਂ ਦੇ ਬਾਰੇ ਅਸੀਂ ਜਾਣਦੇ ਵੀ ਨਹੀਂ, ਜਿਨ੍ਹਾਂ ਨੂੰ ਉਹਨਾਂ ਤੋਂ ਵੀ ਜ਼ਿਆਦਾ ਜਿਨ੍ਹਾਂ ਨੂੰ ਅਸੀਂ ਸੋਚਦੇ ਹਾਂ ਕਿ ਬਹੁਤ ਜ਼ਿਆਦਾ ਰੋਸ਼ਨੀ ਵਾਲੇ ਸਿਤਾਰੇ ਆ। ਇਹ ਯਿਸੂ ਮਸੀਹ ਇਹ ਗੱਲ ਕਰ ਰਿਹਾ ਹੈ। ਇੱਕ ਮਹਿਮਾ ਆ ਮੂਸਾ ਦੀ ਜੋ ਕਿ ਅਸੀਂ ਸੋਚਦੇ ਹਾਂ ਕਿ ਬਹੁਤ ਵੱਡੀ ਮਹਿਮਾ ਆ, ਜੋ ਕਿ ਉਹਨਾਂ ਨੇ ਉਦੋਂ ਦੇਖੀ ਸੀਗੀ, ਲੇਕਿਨ ਇੱਕ ਆਦਮੀ ਉਹਨਾਂ ਦੇ ਕੋਲ ਆਇਆ ਸੀਗਾ, ਉਸ ਨੂੰ ਐਕਸਪੀਰੀਅੰਸ ਕਰ ਰਹੇ ਸੀ, ਉਸ ਨੂੰ ਸੁਣ ਰਹੇ ਸੀਗੇ, ਲੇਕਿਨ ਉਹਨਾਂ ਦੇ ਕੋਲ ਇੰਨੀ ਸ਼ਕਤੀ ਨਹੀਂ ਸੀਗੀ ਕਿ ਉਸ ਨੂੰ ਉਸ ਤਰ੍ਹਾਂ ਦੇਖ ਸਕੇ ਜਿਸ ਤਰ੍ਹਾਂ ਯਿਸੂ ਨੇ ਉਸ ਨੂੰ ਦੇਖਿਆ। ਇਸ ਲਈ ਯਿਸੂ ਉਹਨਾਂ ਨੂੰ ਹੁਣ ਉਹਦੇ ਬਾਰੇ ਦੱਸ ਰਹੇ ਸੀਗੇ, ਕਿਉਂਕਿ ਉਹ ਉਸ ਬਾਰੇ ਅਵੇਅਰ ਨਹੀਂ ਸੀਗੇ, ਕੌਨਸ਼ੀਅਸ ਨਹੀਂ ਸੀਗੇ। ਇਸ ਲਈ ਉਹਨੂੰ ਇਨਫੋਰਮੇਸ਼ਨ ਦੇ ਰਿਹਾ ਹੈ ਜੋ ਕਿ ਉਹਨਾਂ ਕੋਲ ਪਹਿਲਾਂ ਨਹੀਂ ਸੀਗੀ।
ਜਿੰਨੇ ਵੀ ਔਰਤ ਤੋਂ ਜੰਮੇ ਆ ਯਹੂਨਾ ਉਹਨਾਂ ਨਾਲੋਂ ਵੱਡਾ ਆ, ਕਿਉਂਕਿ ਜੋ ਉਹਦਾ ਅਸਾਈਨਮੈਂਟ ਸੀਗਾ। ਇਸ ਕਰਕੇ ਕਲਾਮ ਦੱਸਦਾ ਆ, ਇਸ ਲਈ ਕਲਾਮ ਕਹਿੰਦਾ ਹੈ ਕਿ ਜਿਹੜੇ ਕਿ ਰੂਹਾਂ ਨੂੰ ਬਚਾਉਣਗੇ ਉਹ ਸਿਤਾਰਿਆਂ ਵਾਂਗੂ ਚਮਕਣਗੇ। ਦੈਨੀਅਲ 12:3 ਵਿੱਚ ਲਿਖਿਆ ਹੈ ਕਿ ਜਿਹੜੇ ਕਿ ਸਮਝਦਾਰ ਨੇ ਉਹ ਚਮਕਣਗੇ ਸਿਤਾਰਿਆਂ ਦੇ ਵਾਂਗੂ ਹਮੇਸ਼ਾ ਦੇ ਵਾਸਤੇ। ਇਹ ਕਹਿ ਰਹੇ ਕਿ ਜਿਨ੍ਹਾਂ ਦੇ ਕੋਲ ਸਮਝ ਆ ਉਹਨਾਂ ਦੀ ਜਿਹੜੀ ਚਮਕਾਹਟ ਆ ਉਹ ਵਧੇਗੀ। ਇਸ ਲਈ ਜਿੰਨੀ ਤੁਹਾਡੀ ਤੁਹਾਡੇ ਕੋਲ ਬੁੱਧੀ ਮਿਲਦੀ ਹੈ, ਤੁਸੀਂ ਚਮਕਦੇ ਹੋ, ਹੋਰ ਵੀ ਜ਼ਿਆਦਾ ਚਮਕਦੇ ਹੋ। ਇਸ ਵੇਲੇ ਜੋ ਕਿ ਇਸ ਵੀਡੀਓ ਦੇਖ ਰਿਹਾ ਹੈ ਉਹ ਚਮਕੇਗਾ ਪਰਮੇਸ਼ਵਰ ਦੇ ਨਾਮ ਦੇ ਵਿੱਚ। ਔਰ ਦੂਸਰਾ ਪਾਰਟ ਇਹ ਆ ਕਿ ਕਿਸ ਤਰ੍ਹਾਂ ਜਿਹੜੇ ਕਿ ਰੂਹਾਂ ਨੂੰ ਬਚਾਉਂਦੇ ਆ ਉਹ ਸਿਤਾਰੇ ਵਾਂਗੂ ਚਮਕਣਗੇ। ਅਸੀਂ ਜਾਣਦੇ ਕਿ ਹਰ ਸਿਤਾਰਾ ਚਮਕਦਾ ਨਿਗਾ। ਜੇ ਸਾਡੇ ਸੋਚਦੇ ਆ ਕਿ ਸਾਰੇ ਜਣੇ ਜਦੋਂ ਸਵਰਗ 'ਚ ਜਾਵਾਂਗੇ ਅਸੀਂ ਇਕੱਠੇ ਹੋਵਾਂਗੇ, ਬਿਲਕੁਲ ਇੱਕੋ ਜਿਹੇ ਦੇਖਾਂਗੇ, ਇਹ ਸੱਚ ਤੋਂ ਬਹੁਤ ਦੂਰ ਆ। ਯਹੂਨਾ ਕਹਿੰਦਾ ਆ ਅਸੀਂ ਸੋਚਦੇ ਹਾਂ ਕਿ ਬਹੁਤ ਚਮਕਣ ਵਾਲਾ ਆ, ਉਹ ਚਮਕਦਾ ਨਿਗਾ, ਲੇਕਿਨ ਜੋ ਕਿ ਕ੍ਰਾਈਸਟ ਨੂੰ ਇੰਟਰੋਡਿਊਸ ਕਰਦਾ ਆ ਉਹ ਵੱਡਾ ਆ, ਕਿਸੇ ਨਾਲੋਂ ਵੀ ਜ਼ਿਆਦਾ। ਜਿੰਨੇ ਵੀ ਨਬੀ ਹੋਏ ਉਹਨਾਂ ਨਾਲੋਂ, ਉਹ ਕਹਿੰਦਾ ਕਿ ਇਸ ਯਹੂਨਾ ਨਾਲੋਂ ਉਸ ਯਹੂਨਾ ਨਾਲੋਂ ਵੱਡਾ ਨਿਗਾ। ਉਹਦੀ ਮਿਨਿਸਟਰੀ ਕੋਈ ਸਾਈਨਸ ਐਂਡ ਵੰਡਰ ਦੀ ਨਹੀਂ ਸੀ, ਉਹਦੀ ਮਿਨਿਸਟਰੀ ਸੀਗੀ ਪਰਮੇਸ਼ਰ ਯਿਸੂ ਮਸੀਹ ਨੂੰ ਇੰਟਰੋਡਿਊਸ ਕਰਨਾ ਸੀਗਾ। ਲੇਕਿਨ ਪਰਮੇਸ਼ਰ ਯਿਸੂ ਮਸੀਹ ਉਹਦੀ ਮਿਨਿਸਟਰੀ ਨੂੰ ਐਲੀਵੇਟ ਕਰਦਾ ਔਰ ਕਹਿੰਦਾ ਕਿ ਉਹਦੀ ਮਿਨਿਸਟਰੀ ਸਾਰਿਆਂ ਨਾਲੋਂ ਵੱਡੀ ਆ। ਇਸ ਲਈ ਕਦੀ ਵੀ ਪਿੱਛੇ ਨਾ ਹਟੀਏ ਪਰਮੇਸ਼ਵਰ ਦਾ ਸੱਚਾਈ ਦੱਸਣ ਦੇ ਵਾਸਤੇ ਵਾਸਤੇ ਦੋਸਤਾਂ ਮਿੱਤਰਾਂ ਨੂੰ, ਆਪਣੇ ਪਰਿਵਾਰਾਂ ਨੂੰ, ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਜਿੰਨਾ ਜ਼ਿਆਦਾ ਪਰਮੇਸ਼ਵਰ ਦਾ ਤੁਸੀਂ ਵਚਨ, ਤੁਸੀਂ ਪਰਮੇਸ਼ਵਰ ਦੇ ਬਾਰੇ ਦੱਸ ਸਕਦੇ ਹੋ ਉਨਾ ਜ਼ਿਆਦਾ ਦੱਸੋ। ਤੁਸੀਂ ਉਨਾ ਜ਼ਿਆਦਾ ਤੁਸੀਂ ਚਮਕੋਗੇ, ਉਨਾ ਜ਼ਿਆਦਾ ਸਿਤਾਰੇ ਦੇ ਵਾਂਗੂ ਤੁਸੀਂ ਚਮਕੋਗੇ। ਹੁਣ ਯਿਸੂ ਮਸੀਹ ਸਾਰਾ ਕੁਛ ਕੰਟੈਕਸਟ ਦੇ ਵਿੱਚ ਲੈ ਕੇ ਆ ਰਿਹਾ ਆ, ਉਹ ਸਾਰਾ ਕੁਛ ਇਕੱਠਾ ਕਰ ਰਿਹਾ ਹੈ। ਉਹ ਕਹਿੰਦਾ ਕਿ ਜਿਹੜਾ ਕਿ ਸਾਰਿਆਂ ਨਾਲੋਂ ਛੋਟਾ ਆ ਰਾਜ ਦੇ ਵਿੱਚ, ਉਹ ਜੌਨ ਨਾਲੋਂ ਵੱਡਾ ਆ। ਠੀਕ ਆ, ਅਸੀਂ ਡੈਨੀਅਲ ਨਬੀ ਦੀ ਕਿਤਾਬ ਦੇ ਵਿੱਚ ਦੇਖਿਆ ਜਿਨ੍ਹਾਂ ਦੇ ਕੋਲ ਬੁੱਧੀ ਆ, ਜਿਹੜੇ ਕਿ ਆਤਮਾਵਾਂ ਨੂੰ ਬਚਾਉਂਦੇ ਆ, ਕਿਸ ਤਰ੍ਹਾਂ ਉਹ ਸਿਤਾਰੇ ਵਾਂਗੂ ਚਮਕਣਗੇ। ਲੇਕਿਨ ਯਿਸੂ ਕਹਿ ਰਿਹਾ ਆ ਕਿ ਜਿਹੜੇ ਕਿ ਰਾਜ ਵਿੱਚ ਸਾਰਿਆਂ ਨਾਲੋਂ ਛੋਟੇ ਆ ਉਹ ਯਹੂਨਾ ਨਾਲੋਂ ਵੱਡੇ ਆ। ਇਹਦਾ ਮਤਲਬ ਇਹ ਆ ਕਿ ਪਰਮੇਸ਼ਵਰ ਦਾ ਵਚਨ ਜੋ ਸਾਂਝਾ ਕਰਨਾ ਆ, ਅਸੀਂ ਜਦੋਂ ਪਰਮੇਸ਼ਵਰ ਦਾ ਵਚਨ ਸਾਂਝਾ ਨਹੀਂ ਕਰਦੇ ਚਾਹਤ ਦੇ ਨਾਲ, ਅਸੀਂ ਪਰਮੇਸ਼ਵਰ ਦਾ ਵਚਨ ਜਦੋਂ ਨਹੀਂ ਸੁਣਦੇ, ਜਦੋਂ ਪਰਮੇਸ਼ਵਰ ਦਾ ਵਚਨ ਨਹੀਂ ਸਾਂਝਾ ਕਰਦੇ, ਅਸੀਂ ਮਿਸਿੰਗ ਪੁਆਇੰਟ ਕਰਦੇ ਹਾਂ। ਜਦੋਂ ਸਾਨੂੰ ਸਮਝ ਆਉਂਦੀ ਆ ਅਸੀਂ ਦੂਸਰਿਆਂ ਨਾਲ ਸਾਂਝੀ ਕਰਦੇ ਹਾਂ, ਲੇਕਿਨ ਅਸੀਂ ਉਸ ਬੁੱਧੀ ਨੂੰ ਉਹਨਾਂ ਦੇ ਕੋਲ ਲੈ ਕੇ ਆਉਂਦੇ ਹਾਂ। ਲੇਕਿਨ ਹੁਣ ਤੁਹਾਡੇ ਉੱਤੇ ਆ ਕਿ ਇਹ ਇਨਫੋਰਮੇਸ਼ਨ ਜੋ ਤੁਸੀਂ ਇਸ ਵੀਡੀਓ ਤੋਂ ਦੇਖ ਰਹੇ ਆ, ਇਹਨੂੰ ਕਿਸੇ ਹੋਰ ਕੋਲ ਲੈ ਕੇ ਚੱਲਿਓ। ਇਹ ਸਿਰਫ ਇਨਫ ਨਹੀਂ ਗਾ ਇਹ ਕਹਿਣਾ ਕਿ ਮੈਨੂੰ ਇਨਫ ਇਨਫੋਰਮੇਸ਼ਨ ਮਿਲ ਰਹੀ ਆ, ਮੈਂ ਆਪਣੇ ਕੋਲ ਇਸ ਚੀਜ਼ਾਂ ਨੂੰ ਰੱਖਾਂਗਾ। ਇਸ ਕਰਕੇ ਇਸ ਨੂੰ ਹੈਬਿਟ ਬਣਾਈਏ, ਹਰ ਹਫਤੇ ਹੈਬਿਟ ਬਣਾਈਏ ਕਿ ਪਰਮੇਸ਼ਰ ਦੇ ਵਚਨ ਨੂੰ ਸਾਂਝਾ ਕਰੀਏ, ਇਸ ਰੋਸ਼ਨੀ ਨੂੰ ਸਾਂਝਾ ਕਰੀਏ। ਅਸੀਂ ਤੁਹਾਨੂੰ ਧੰਨਵਾਦ ਕਰਨਾ ਮੰਗਦੇ ਹਾਂ ਕਿਉਂਕਿ ਜੋ ਤੁਸੀਂ ਸਾਨੂੰ ਇਸ ਵੇਲੇ ਟ੍ਰਾਂਸਫਰ ਕਰ ਰਹੇ ਹੋ, ਇਸ ਵੇਲੇ ਇਹ ਸਾਨੂੰ ਪਰਮੇਸ਼ਵਰ ਦੇ ਰਾਜ ਦੇ ਵਿੱਚ ਸਦਾ ਲਈ ਸਥਾਪਿਤ ਕਰ ਰਹੀ ਹੈ।
ਕਿ ਅਸੀਂ ਇੱਦਾਂ ਚਮਕੀਏ ਜਿੱਦਾਂ ਅਸੀਂ ਨਹੀਂ ਚਮਕਦੇ ਸੀ ਪਹਿਲਾਂ। ਜੋ ਤੁਸੀਂ ਸਾਨੂੰ ਦੇ ਰਹੇ ਹੋ ਬਹੁਤ ਵੱਡਾ ਆ। ਧੰਨਵਾਦ ਕਰਦੇ ਹਾਂ ਪਰਮੇਸ਼ਰ ਦੀ ਉਸ ਦਇਆ ਦੇ ਵਾਸਤੇ। ਮੈਂ ਉਹੀ ਦੇ ਸਕਦਾ ਹਾਂ ਜੋ ਕਿ ਮੈਂ ਮਿਲਿਆ, ਜੋ ਕਿ ਮੈਨੂੰ ਮਿਲਿਆ ਆ। ਇਹ ਬਹੁਤ ਹੀ ਸੁੰਦਰ ਆ। ਸੋ ਇਸ ਲਈ ਜੋ ਸਾਰਿਆਂ ਨਾਲੋਂ ਛੋਟੇ ਆ ਪਰ ਰਾਜ ਵਿੱਚ, ਪਰਮੇਸ਼ਰ ਦੇ ਰਾਜ ਦੇ ਵਿੱਚ, ਉਹ ਯਹੂਨਾ ਨਾਲੋਂ ਵੱਡੇ ਆ। ਇਸ ਕਰਕੇ ਤੁਹਾਨੂੰ ਸੋਚਣ ਦੀ ਲੋੜ ਆ ਸਾਰਿਆਂ ਨਾਲੋਂ ਛੋਟੇ ਉਸਨੇ ਕਿਉਂ ਕਿਹਾ ਯਿਸੂ ਨੇ। ਇਸ ਕਰਕੇ ਦੋ ਚੀਜ਼ਾਂ ਦਾ ਕਰਕੇ ਹੋ ਸਕਦਾ ਹੈ ਕਿ ਡਿਫਰੈਂਟ ਡਾਇਮੈਂਸ਼ਨਸ ਹੋਣ ਉਹਦੇ ਵਾਸਤੇ, ਲੇਕਿਨ ਸਰਫੇਸ ਦੇ ਉੱਤੇ ਤੁਹਾਨੂੰ ਮੈਂ ਦੋ ਚੀਜ਼ਾਂ ਦੱਸ ਸਕਦਾ ਹਾਂ। ਇਹ ਟੌਪਿਕ ਨੀਗਾ, ਅਸੀਂ ਗਲੋਰੀ ਦੇ ਉੱਤੇ ਗੱਲ ਕਰ ਰਹੇ ਹਾਂ। ਪਹਿਲੀ ਗੱਲ ਇਹ ਆ, ਯਹੂਨਾ ਯਿਸੂ ਦੀ ਮੌਤ ਤੋਂ ਪਹਿਲਾਂ ਮਰਿਆ ਸੀਗਾ। ਯਹੂਨਾ ਦੇ ਕੋਲ ਇਹ ਓਪਰਚੁਨਿਟੀ ਨਹੀਂ ਸੀਗੀ ਕਿ ਜਿਸ ਉਹਦਾ ਯਿਸੂ ਦੇ ਲਹੂ ਦੇ ਨਾਲ ਧੋਇਆ ਜਾਂਦਾ, ਕਿਉਂਕਿ ਜਦੋਂ ਹੁਣ ਅਸੀਂ ਯਿਸੂ ਦੇ ਲਹੂ ਦੇ ਨਾਲ ਧੋਏ ਜਾਂਦੇ ਆ, ਅਸੀਂ ਹਰ ਉਸ ਨਬੀ ਤੋਂ ਵੱਡੇ ਆ ਜੋ ਕਿ ਪਹਿਲਾਂ ਯਿਸੂ ਮਸੀਹ ਤੋਂ ਪਹਿਲਾਂ ਹੋਏ। ਕਿਉਂਕਿ ਜਦੋਂ ਪਿਤਾ ਸਾਡੇ ਨੂੰ ਦੇਖਦਾ ਆ, ਉਹ ਦੇਖਦਾ ਆ, ਉਹ ਆਪਣੇ ਬੇਟੇ ਨੂੰ ਦੇਖਦਾ ਆ ਜੋ ਕਿ ਪਰਫੈਕਟ ਲੀਲਾ ਆ। ਉਸੇ ਟਾਈਮ ਸਾਨੂੰ ਸਭ ਤੋਂ ਵੱਡਾ ਬਣਾ ਦਿੰਦਾ ਉਹਨਾਂ ਦੇ ਨਾਲੋਂ ਜਿਹੜੇ ਕਿ ਪੁਰਾਣੇ ਨਿਯਮ ਵਿੱਚ ਨਬੀ ਸੀਗੇ। ਦੂਸਰਾ, ਉਹ ਸਾਨੂੰ ਲਹੂ ਦੇ ਨਾਲ ਇਕੱਲਾ ਨਹੀਂ ਧੋਂਦਾ, ਉਹ ਸਾਨੂੰ ਆਪਣੀ ਆਤਮਾ ਦੇ ਨਾਲ ਭਰਦਾ ਆ। ਤੁਸੀਂ ਇੱਕ ਪਰਮੇਸ਼ਰ ਦੇ ਬੱਚੇ ਹੋ। ਤੁਸੀਂ ਇਮੀਡੀਏਟਲੀ ਸਾਰੇ ਨਬੀਆਂ ਨਾਲੋਂ ਵੱਡੇ ਹੋ, ਕਿਉਂਕਿ ਪੁਰਾਣੇ ਨਿਯਮ ਦੇ ਵਿੱਚ ਪਰਮੇਸ਼ਰ ਪਵਿੱਤਰ ਆਤਮਾ ਆਉਂਦਾ ਸੀਗਾ ਨਬੀ ਦੇ ਉੱਤੇ, ਅਗੰਬਕ ਕਰਦੇ ਸੀਗੇ, ਉਹ ਕਰਦੇ ਸੀ ਅਗੰਬਕ। ਲੇਕਿਨ ਪਹਿਲੀ ਵਾਰੀ ਰਸੂਲਾਂ ਦੇ ਕਰਤੱਵ 2 ਅੱਗ ਆਈ ਔਰ ਉਹਨਾਂ ਦੇ ਉੱਤੇ ਇੱਕ ਇੱਕ ਕਰਕੇ ਬੈਠਾ ਹੈ। ਔਰ ਇਹ ਨਿਸ਼ਾਨ ਸੀ, ਇਹ ਇੰਪ੍ਰੈਸ਼ਨ ਸੀ, ਇਹ ਪਰਮਾਨੈਂਟ ਸੀ ਔਰ ਇਟਰਨਲ ਸੀ। ਉਸੇ ਟਾਈਮ ਅਸੀਂ ਡਿਫਰੈਂਟ ਗਲਾਸ ਦੇ ਵਿੱਚ ਆ ਜਾਂਦੇ ਹਾਂ। ਅਸੀਂ ਇਮੀਡੀਏਟਲੀ ਯਿਸੂ ਕਹਿੰਦਾ ਹੈ ਕਿ ਜਿਹੜੇ ਸਭ ਤੋਂ ਵੱਡੇ, ਜਦ ਤੋਂ ਸਾਡੇ ਛੋਟੇ ਆ ਰਾਜ ਦੇ ਵਿੱਚ, ਇਸ ਦੇ ਨਾਲ ਹੀ ਤੁਸੀਂ ਵੱਡੇ ਹੋ ਚੁੱਕੇ ਹੋ। ਅਸੀਂ ਹੁਣ ਜਦੋਂ ਵਿਜ਼ਡਮ ਦੇ ਚ ਅੱਗੇ ਵਧੀਆਂਗੇ, ਅਸੀਂ ਰੂਹਾਂ ਨੂੰ ਲੈ ਕੇ ਆਵਾਂਗੇ ਪਰਮੇਸ਼ਵਰ ਦੇ ਰਾਜ ਦੇ ਵਿੱਚ। ਉਸ ਵਿਜ਼ਡਮ ਔਰ ਉਸ ਬੁੱਧੀਮਾਨੀ ਦੇ ਨਾਲ ਤੁਸੀਂ ਹੋਰ ਵੀ ਚਮਕੋਗੇ। ਤੁਸੀਂ ਗਲੋਰੀ ਤੋਂ ਮਹਿਮਾ ਤੇ ਜਾਓਗੇ। ਮੇਰੀ ਆਸ਼ਾ ਆ ਤੁਸੀਂ ਮੇਰੇ ਨਾਲ ਹੋ। ਤੁਹਾਨੂੰ ਸਮਝ ਆ ਰਹੀ ਆ, ਤੁਹਾਡੀ ਰੋਸ਼ਨੀ ਚਮਕ ਰਹੀ ਆ ਇਸ ਯਾਤਰਾ ਦੇ ਉੱਤੇ ਜਾਣ ਦੇ ਵਾਸਤੇ। ਇਸ ਕਰਕੇ ਯਿਸੂ ਮਸੀਹ ਕੀ ਕਹਿ ਰਿਹਾ ਹੈ, ਜਿਹੜੇ ਸਾਡੇ ਨਾਲੋਂ ਛੋਟੇ ਆ ਰਾਜ ਦੇ ਵਿੱਚ, ਉਹਨਾਂ ਦੇ ਵਾਸਤੇ ਸਾਨੂੰ ਹੁਣ ਪੇ ਅਟੈਂਸ਼ਨ ਕਰਨ ਦੀ ਲੋੜ ਆ। ਅੱਗੇ ਚੱਲੀਏ। ਮੱਤੀ 11 ਵਿੱਚ ਉਹਦੀ 12 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਆ, ਯਹੂਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੱਕ ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ। ਜਿਹੜੇ ਬਲ ਦੇ ਉਪਯੋਗ ਕਰਦੇ ਹਨ ਇਸ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਯਹੂਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਕੁਝ ਸ਼ਿਫਟ ਹੋਇਆ ਸੀ। ਜਿਹੜਾ ਸਮੇਂ ਸੀਗਾ ਯਹੂਨਾ ਬਪਤਿਸਮਾ ਦੇਣ ਵਾਲੇ ਦਾ, ਉਸੇ ਟਾਈਮ ਯਿਸੂ ਮਸੀਹ ਵੀ ਆਏ ਸੀਗੇ। ਉਹ ਕਹਿੰਦਾ ਕਿ ਹੁਣ ਜਿਹੜਾ ਮੌਸਮ ਆ ਉਹ ਸ਼ਿਫਟ ਹੋ ਚੁੱਕਾ ਆ। ਉਹ ਕਹਿੰਦੇ ਕਿ ਕਿਸ ਤਰ੍ਹਾਂ ਇਹ ਜੋ ਮੌਸਮ ਜਿਹਾ, ਇਹ ਕਿਸ ਤਰ੍ਹਾਂ ਇਹ ਮੌਸਮ ਕਿਸ ਤਰ੍ਹਾਂ ਕੰਮ ਕਰੇਗਾ। ਉਹ ਕਹਿ ਰਿਹਾ ਹੈ
ਯਹੋਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੱਕ ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ। ਜਿਹੜੇ ਬਲ ਦਾ ਉਪਯੋਗ ਕਰਦੇ ਹਨ ਇਸ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਸ਼ਿਫਟ ਆ, ਇੱਕ ਜ਼ੋਰ ਦੇ ਨਾਲ ਜਿਸ ਦੇ ਕਰਕੇ ਸ਼ਿਫਟ ਆਇਆ ਗਿਆ ਹੈ। ਇੱਕ ਮੈਨੀਫੈਸਟੇਸ਼ਨ ਆ ਮਹਾਨ ਮਹਿਮਾ ਦੀ। ਜਿਹੜੀ ਮਹਾਨ ਮਹਿਮਾ ਆ ਉਹ ਜ਼ੋਰ ਤੋਂ ਬਗੈਰ ਨਹੀਂ ਆ ਸਕਦੀ। ਜਿਹੜੀ ਮਹਾਨ ਮਹਿਮਾ ਆ ਉਹ ਤਦ ਤੱਕ ਨਹੀਂ ਆ ਸਕਦੀ, ਉਹ ਤਦ ਤੱਕ ਪ੍ਰਦਰਸ਼ਿਤ ਨਹੀਂ ਹੋ ਸਕਦੀ ਆਸਾਨੀ ਦੇ ਨਾਲ। ਇੱਕ ਜ਼ੋਰ ਆ, ਇੱਕ ਜਿਹੜੀ ਪ੍ਰਿੰਸੀਪੈਲਿਟੀ, ਸ਼ੈਤਾਨੀ ਸ਼ਕਤੀਆਂ, ਅੰਧਕਾਰ ਦੀਆਂ ਸ਼ਕਤੀਆਂ ਜੋ ਕਿ ਉਸ ਇਨਵਿਜ਼ੀਬਲ ਰਾਲਮ ਦੇ ਵਿੱਚ ਉਹ ਉਸ ਮੈਨੀਫੈਸਟੇਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਯਿਸੂ ਮਸੀਹ ਇਹ ਉਸ ਵਾਇਲੈਂਸ ਦੀ ਗੱਲ ਕਰ ਰਿਹਾ ਹੈ। ਜਦੋਂ ਵੀ ਕੋਈ ਕਿਸੇ ਹੋਰ ਨੈਕਸਟ ਲੈਵਲ ਤੇ ਜਾਣ ਦੀ ਜਾਂਦਾ ਹੈ, ਜਦੋਂ ਤੁਸੀਂ ਗਲੋਰੀ ਟੂ ਗਲੋਰੀ ਜਾਂਦੇ ਹੋ, ਉਦੋਂ ਤੁਸੀਂ ਤਾਂ ਆਤਮਿਕ ਅੱਗ ਦੇਖੋ, ਆਤਮਿਕ ਲੜਾਈ ਦੇਖੋਗੇ। ਉਦੋਂ ਤੁਸੀਂ ਆਤਮਿਕ ਲੜਾਈ ਦੇਖੋਗੇ। ਮੈਂ ਕਿਸੇ ਨੂੰ ਕਹਿ ਰਿਹਾ ਸੀ ਇੱਕ ਦਿਨ, ਬੁੱਧਵਾਰ ਔਰ ਐਤਵਾਰ ਦੋ ਰੇਲਸ ਆ ਇੱਕ ਸੇਮ ਟਰੈਕ ਦੇ, ਜਿਹਦੇ ਉੱਤੇ ਗਲੋਰੀ ਟ੍ਰੇਨ ਜਾ ਰਹੀ ਹੈ, ਔਰ ਇੱਕ ਤੋਂ ਬਗੈਰ ਦੂਸਰਾ ਨਿਗਾ। ਦੂਸਰੇ ਲੈਵਲ ਤੇ ਜਾਣ ਦੇ ਵਾਸਤੇ ਕੁਝ ਆਤਮਿਕ ਲੜਾਈਆਂ ਲੜਨੀਆਂ ਪੈਣਗੀਆਂ। ਜੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਕੋਈ ਵਾਰਫੇਅਰ ਨੀਗਾ, ਕੋਈ ਰੈਸਲਿੰਗ ਨੀਗਾ, ਮੈਂ ਵੰਡਰ ਕਰਦਾ ਕਿਉਂ। ਮੈਂ ਡਾਊਟ ਕਰਦਾ ਕਿ ਤੁਸੀਂ ਸੱਚੀ ਦੂਸਰੇ ਲੈਵਲ ਤੇ ਜਾ ਰਹੇ ਹੋ ਸਕਦਾ ਹੈ ਕਿ ਉਹ ਲੜਾਈ ਜਿਹੜੀ ਆ ਉਹ ਫਿਜ਼ੀਕਲ ਲਾਈਫ ਵਿੱਚ ਹੋਵੇ, ਹੋ ਸਕਦਾ ਉਹ ਲੜਾਈ ਤੁਹਾਡੀ ਇਮੋਸ਼ਨਲ ਲਾਈਫ ਦੇ ਵਿੱਚ ਹੋਵੇ, ਉਹ ਤੁਹਾਡੇ ਮਾਸ ਦੇ ਵਿੱਚ ਹੋ ਸਕਦੀ ਹੈ, ਤੁਹਾਡੀ ਸ਼ਾਦੀ ਦੇ ਵਿੱਚ ਹੋ ਸਕਦੀ ਹੈ। ਇੱਕ ਲੜਾਈ ਹੋਵੇਗੀ ਪ੍ਰਮੋਸ਼ਨ ਤੋਂ ਪਹਿਲਾਂ, ਦੂਸਰੇ ਲੈਵਲ ਤੇ ਜਾਣ ਤੋਂ ਪਹਿਲਾਂ ਇੱਕ ਲੜਾਈ ਹੋਵੇਗੀ, ਇੱਕ ਆਤਮਿਕ ਲੜਾਈ ਹੋਵੇਗੀ। ਇੱਕ ਜੋ ਦੁਸ਼ਮਣ ਹੈ ਉਹ ਇੱਕ ਵਾਰ ਹੋਰ ਟਰਾਈ ਕਰੇਗਾ। ਪਰਮੇਸ਼ਵਰ ਦੇ ਬੱਚੋ, ਤੁਹਾਨੂੰ ਇੱਕ ਦਇਆ ਚਾਹੀਦੀ, ਪਰਮੇਸ਼ਵਰ ਦੀ ਕਿਰਪਾ ਚਾਹੀਦੀ ਹੈ ਦੇਖਣ ਦੀ ਕਿ ਇਹ ਪ੍ਰੋਬਲਮ ਜਿਹੜੀ ਆ, ਕਿ ਇਹ ਪ੍ਰੋਬਲਮ ਜਿਹੜੀ ਕਿ ਸਦੀਆਂ ਤੋਂ ਚੱਲਦੀ ਆ ਰਹੀ ਹੈ, ਜਿਸ ਨੂੰ ਕਿ ਮੈਨੂੰ ਜਿੱਤਣਾ ਪਏਗਾ, ਔਰ ਇਹ ਹੋਰ ਤਰ੍ਹਾਂ ਦੀ ਪ੍ਰੋਬਲਮ ਆ ਜੋ ਕਿ ਸ਼ੈਤਾਨ ਮੇਰੇ ਉੱਤੇ ਦੇ ਰਿਹਾ ਆ, ਕਿਉਂਕਿ ਉਸਨੂੰ ਡਰ ਆ ਕਿ ਤੁਸੀਂ ਦੂਸਰੇ ਲੈਵਲ ਤੇ ਜਾ ਰਹੇ ਹੋ। ਸੋ ਉਹ ਸਾਰੀਆਂ ਗੱਲਾਂ ਕਰ ਰਿਹਾ ਤਾਂ ਕਿ ਤੁਹਾਨੂੰ ਸਲੋ ਕਰ ਸਕੇ, ਕਿਉਂਕਿ ਉਹ ਜਾਣਦਾ ਹੈ, ਕਿਉਂਕਿ ਤੁਸੀਂ ਇੱਕ ਨਵੀਂ ਮਹਿਮਾ ਦੇ ਵਿੱਚ ਜਾਣ ਵਾਸਤੇ ਤਿਆਰ ਹੋ, ਜੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕਿਸੇ ਨੇ ਐਕਸਪੀਰੀਅੰਸ ਨਹੀਂ ਕੀਤੀ, ਜੋ ਕਿ ਤੁਹਾਡੇ ਦਾਦੇ ਪੜਦਾਦੇ ਨੇ ਐਕਸਪੀਰੀਅੰਸ ਨਹੀਂ ਕੀਤੀ। ਇਸ ਲਈ ਉਹ ਤੁਹਾਨੂੰ ਰੋਕਣਾ ਮੰਗਦਾ ਆ। ਇਸ ਕਰਕੇ ਐਵਰੀ ਟਾਈਮ ਜੇ ਤੁਹਾਡੇ ਆਤਮਿਕ ਲੜਾਈ ਲੱਗੀ ਹੋਵੇ, ਤੁਹਾਨੂੰ ਇਹ ਡਿਸਕਰੇਜ ਹੋਣ ਦੀ ਲੋੜ ਨਹੀਂ, ਤੁਹਾਨੂੰ ਸੈਲੀਬ੍ਰੇਟ ਕਰਨ ਦੀ ਲੋੜ ਆ। ਇਹ ਸੈਟਅਪ ਆ, ਇਹ ਇੱਕ ਨਿਸ਼ਾਨ ਆ ਕਿ ਇਹ ਕੁਛ ਵੱਡਾ ਹੋਣ ਵਾਲਾ ਤੁਹਾਡੇ ਜੀਵਨ ਦੇ ਵਿੱਚ। ਤੁਸੀਂ ਉਸ ਜ਼ੋਰ ਨੂੰ, ਉਸ ਲੜਾਈ ਨੂੰ ਦੇਖਦੇ ਹੋ ਕਿ ਯਿਸੂ ਕਹਿ ਰਿਹਾ ਹੈ ਕਿ ਇਹ ਜੋ ਮਹਾਨ ਮਹਿਮਾ, ਯਿਸੂ ਕਿਉਂ ਕਹਿੰਦਾ ਹੈ ਕਿ ਜ਼ੋਰ ਦੇ ਨਾਲ, ਯਿਸੂ ਮਸੀਹ, ਮੇਰੇ ਆਸ਼ਾ ਕਿ ਤੁਸੀਂ ਪੇ ਅਟੈਂਸ਼ਨ ਕਰ ਰਹੇ ਹੋ, ਤੁਸੀਂ ਮਿਸ ਕਰ ਲਓਗੇ ਜੇ ਤੁਸੀਂ ਮੇਰੇ ਵੱਲ ਅਟੈਂਸ਼ਨ ਨਹੀਂ ਕੀਤੀ। ਯਿਸੂ ਕਹਿ ਰਿਹਾ ਹੈ ਜਿੰਨੀ ਵੀ ਪਹਿਲਾਂ ਮਹਿਮਾ ਸੀਗੀ ਉਹਦੇ ਨਾਲੋਂ ਘੱਟ ਹੈ ਜੋ ਕਿ ਯਹੂਨਾ ਕੋ ਸੀਗੀ। ਫਿਰ ਉਹ ਕਹਿੰਦਾ ਹੈ
ਜੋ ਕਿ ਸਾਡੇ ਨਾਲੋਂ ਛੋਟਾ ਆ ਰਾਜ ਦੇ ਵਿੱਚ, ਪਰਮੇਸ਼ਰ ਦੇ ਰਾਜ ਵਿੱਚ, ਤੇ ਉਹਦੇ ਕੋਲ ਯਹੂਨਾ ਨਾਲੋਂ ਵੱਡੀ ਮਹਿਮਾ ਆ। ਫਿਰ ਉਹ ਕਹਿੰਦਾ ਆ, ਹੁਣ ਉਹ ਕਹਿੰਦਾ ਹੈ ਕਿ ਜਿਹੜਾ ਹੁਣ ਉਹਨੇ ਇੰਟਰੋਡਿਊਸ ਕੀਤਾ ਜਿਹੜਾ ਸਾਡੇ ਨਾਲੋਂ ਛੋਟਾ ਆ ਉਹਨੂੰ ਕਿੰਗਡਮ ਦੇ ਵਿੱਚ। ਫਿਰ ਕਹਿੰਦਾ ਹੈ ਕਿ ਜਿਹੜੀ ਪਰਮੇਸ਼ਰ ਦਾ ਰਾਜ ਆ ਜ਼ੋਰ ਨਾਲ ਲਿਆ ਜਾਂਦਾ ਹੈ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ, ਚਾਹੇ ਜਿਹੜੀ ਮਹਿਮਾ ਜਿਹੜੀ ਇੰਟਰੋਡਿਊਸ ਕੀਤੀ ਜਾ ਰਹੀ ਆ ਉਹ ਵੱਡੀ ਆ ਉਹਦੇ ਨਾਲੋਂ ਜੋ ਕਿ ਪੁਰਾਣੀ ਮਹਿਮਾ ਸੀਗੀ, ਲੇਕਿਨ ਵੀ ਯਿਸੂ ਕਹਿੰਦਾ ਹੈ ਕਿ ਹਰ ਇੱਕ ਕੋ ਨਿੱਘੀ ਉਹਨਾਂ ਦੇ ਕੋਲ ਹੋਵੇਗੀ ਜੋ ਕਿ ਉਹਦੇ ਵਾਸਤੇ ਲੜਨਗੇ। ਇਹ ਨਵਾਂ ਰਾਜ ਜਿਹਦੇ ਕਿ ਯਿਸੂ ਮਸੀਹ ਇੰਟਰੋਡਿਊਸ ਕਰ ਰਹੇ ਆ, ਜਿਹੜੀ ਨਵੀਂ ਮਹਿਮਾ ਯਿਸੂ ਮਸੀਹ ਇੰਟਰੋਡਿਊਸ ਕਰ ਰਹੇ, ਉਹ ਕਹਿੰਦੇ ਕਿ ਚਾਹੇ ਛੋਟੇ ਤੋਂ ਛੋਟਾ ਜਿਹੜਾ ਉਹ ਯਹੂਨਾ ਨਾਲੋਂ ਵੱਡਾ ਆ, ਲੇਕਿਨ ਇਹ ਜਿਹੜਾ ਨਵਾਂ ਜ਼ੋਨ ਆ ਉਹਦੇ ਵਿੱਚ ਗਲੋਰੀ ਟੂ ਗਲੋਰੀ, ਮਹਿਮਾ ਤੋਂ ਮਹਿਮਾ ਦੇ ਵਿੱਚ ਜਾਣ ਦੇ ਵਾਸਤੇ ਇੱਕੋ ਹੀ ਰਸਤਾ ਆ ਤੁਸੀਂ ਆਪਣੇ ਮਸਾਂ ਨੂੰ ਅੱਗੇ ਵਧਾ ਸਕਦੇ ਹੋ। ਆਪਣੇ ਹਰ ਇੱਕ ਚੀਜ਼ ਨੂੰ ਅੱਗੇ ਵਧਾਉਣ ਦੇ ਵਿੱਚ ਉਹਦਾ ਸਿਰਫ ਇੱਕੋ ਹੀ ਰਸਤਾ ਆ। ਯਿਸੂ ਮਸੀਹ ਕਹਿੰਦਾ ਕਿ ਸਿਰਫ ਇੱਕੋ ਹੀ ਵੇ ਆ, ਉਹ ਹੈਗਾ ਜ਼ੋਰ ਦੇ ਨਾਲ। ਨਵੇਂ ਨਿਯਮ ਦੇ ਵਿੱਚ ਨਵਾਂ ਨਿਯਮ ਜਿਹੜਾ ਆ ਉਹ ਗਰਮ ਸਰਦ ਲੋਕਾਂ ਦੇ ਵਾਸਤੇ ਨਹੀਂ ਗਾ। ਇਸ ਲਈ ਮੈਨੂੰ ਇਹ ਕਹਿਣ ਦੀ ਲੋੜ ਆ, ਜਿਹੜਾ ਦੁਸ਼ਮਣ ਆ ਉਹ ਸਿੰਪਲੀਫਾਈ ਕਰਨ ਦੀ, ਨਵਾਂ ਨਿਯਮ ਨੂੰ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰੇਗਾ। ਉਹ ਉਹਨਾਂ ਦੇ ਵਾਸਤੇ ਜਿਹੜੇ ਕਿ ਜ਼ੋਰ ਦੇ ਦਿਲ ਦੇ ਆ, ਉਹ ਕਹਿੰਦੇ ਕਿ ਇਹ ਮੈਨੂੰ ਦਿੱਤਾ ਜਾਵੇ, ਕਹਿੰਦੇ ਕਿ ਮੈਨੂੰ ਦਿੱਤਾ ਜਾਵੇ ਜੋ ਮੇਰਾ ਆ, ਮੈਂ ਉਸਨੂੰ ਲੱਭਾਂਗਾ। ਜਦ ਤੱਕ ਮੈਨੂੰ ਮਿਲ ਜਾਂਦਾ ਤਦ ਤੱਕ ਮੈਂ ਉਹਨੂੰ ਲੱਭਾਂਗਾ, ਔਰ ਜਦੋਂ ਮੈਨੂੰ ਲੱਭ ਗਿਆ ਮੈਂ ਉਹਦੇ ਬਾਰੇ ਪੁੱਛਾਂਗਾ। ਔਰ ਜਦ ਤੱਕ ਮੈਂ ਪੁੱਛਿਆ ਮੈਨੂੰ ਮੈਨੂੰ ਨਹੀਂ ਮਿਲਿਆ ਤਦ ਤੱਕ ਮੈਂ ਸਵਰਗਾਂ ਦੇ ਦਰਵਾਜ਼ਿਆਂ 'ਤੇ ਖਟਖਟਾਉਂਦਾ ਰਹੂੰਗਾ। ਔਰ ਜਦ ਤੱਕ ਉਹ ਮੈਨੂੰ ਨਹੀਂ ਮਿਲਿਆ ਮੈਂ ਖਟਖਟਾਉਂਦਾ ਰਹੂੰਗਾ ਇੱਕ ਬਸ਼ਰਮ ਦੀ ਤਰ੍ਹਾਂ, ਤਦ ਤੱਕ ਕਿ ਜਦ ਤੱਕ ਕਿ ਮੇਰਾ ਰਾਜਾ ਮੈਨੂੰ ਉਹ ਦੇ ਨਾ ਦੇਵੇ। ਜਿਹੜਾ ਸਵਰਗ ਦਾ ਰਾਜ ਆ ਉਹ ਜ਼ੋਰ ਨਾਲ ਲਿਆ ਜਾਂਦਾ ਆ, ਜ਼ੋਰ ਨਾਲ ਲਿਆ ਜਾਂਦਾ ਆ। ਫਿਰ ਵੀ ਸਾਡੇ ਕੋ ਬਹੁਤ ਹੀ ਖੁਸ਼ਕ ਬਿਲੀਵਰ ਆ ਜੋ ਕਿ ਬੈਠ ਕੇ ਰੋਂਦੇ ਆ, ਜੋ ਕਿ ਪਰਮੇਸ਼ਵਰ ਦੇ ਇਨਜਸਟਿਸ ਤੇ ਰੋਂਦੇ ਆ, ਕਿਉਂਕਿ ਤੁਸੀਂ ਜਾਣਦੇ ਹੀ ਨਹੀਂ ਕਿ ਤੁਹਾਡੇ ਤੇ ਕੀ ਰਿਲੀਜ਼ ਕੀਤਾ ਗਿਆ ਹੈ। ਦੂਸਰਾ ਮਹਿਮਾ ਦਾ ਜੋ ਮੌਸਮ ਆ ਉਹ ਰਿਕੁਆਇਰ ਕਰਦਾ ਹੈ ਸਟਰੋਂਗ ਬਿਲੀਵਰਸ ਨੂੰ। ਉਹ ਲੋਕ ਜੋੜੇ ਕਿ ਅੰਤ ਦਿਨਾਂ ਦੀ ਆਰਮੀ ਨੇ, ਉਹ ਲੋਕ ਜੋ ਕਿ ਸੁੱਤੇ ਨਹੀਂ ਰਹਿਣਗੇ, ਜਿਹੜੇ ਕਿ ਸੁੱਤੇ ਨਹੀਂ ਪਾਉਣਗੇ, ਉਹ ਲੋਕ ਜਿਹੜੇ ਕਿ ਜਾਣਦੇ ਕਿ ਕਿਸ ਤਰ੍ਹਾਂ ਆਪਣੇ ਲੈਂਪ ਨੂੰ ਭਰਨਾ ਆ, ਆਪਣੇ ਆਇਲ ਨੂੰ ਭਰਨਾ ਆ। ਯੈਸ ਲਾਰਡ, ਯਾਬਾਸ਼ਿਕਰਾ। Yes, Lord. ਪਰਮੇਸ਼ਵਰ ਦੇ ਲੋਕੋ, ਪਰਮੇਸ਼ਵਰ ਦੀ ਜਿਹੜੀ ਹਜ਼ੂਰੀ ਆ ਇਸ ਵੀਡੀਓ ਦੇ ਉੱਪਰ ਆ। ਪਰਮੇਸ਼ਵਰ ਤੁਹਾਨੂੰ ਪਰਮਿਸ਼ਨ ਦੇ ਰਿਹਾ, ਅੱਜ ਦੇ ਰਿਹਾ ਹੈ ਕਿ ਤੁਸੀਂ ਮਹਿਮਾ ਤੋਂ ਮਹਿਮਾ ਤੱਕ ਜਾ ਸਕੋ। ਉਹ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਆ ਤਾਂ ਕਿ ਤੁਹਾਡੇ ਕੋਲ ਕੋਈ ਹੁਣ ਐਕਸਕਿਊਜ਼ ਨਾ ਰਹੇ। ਕਿਉਂ ਤੁਸੀਂ ਕਿਉਂ ਨਹੀਂ ਚਮਕਦੇ? ਤੁਹਾਡੇ ਕੋਲ ਹੁਣ ਕੋਈ ਐਕਸਕਿਊਜ਼ ਨਹੀਂ ਰਿਹਾ। ਕਿਉਂ ਤੁਸੀਂ ਕਿਉਂ ਨਹੀਂ ਜ਼ੋਰ ਦੇ ਨਾਲ ਉਹਦੀ ਸਮਝ ਨੂੰ ਲੈਂਦੇ? ਤੁਹਾਡੇ ਕੋਲ ਹੁਣ ਕੋਈ ਐਕਸਕਿਊਜ਼ ਨਹੀਂ ਗਾ ਕਿ ਤੁਸੀਂ ਬਿਜ਼ੀ ਹੋ, ਕਿਉਂਕਿ ਸਿਰਫ ਉਹ ਲੋਕ ਜਿਹੜੇ ਕਿ ਜ਼ੋਰ ਦੇ ਨਾਲ ਲੈਂਦੇ ਆ
ਉਹਨਾਂ ਦੀ ਮਹਿਮਾ ਹੈ। ਅਸੀਂ ਜਲਦੀ ਖਤਮ ਕਰਾਂਗੇ। ਔਰ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਦੇ ਵਾਸਤੇ ਔਖਾ ਹੈ ਬਿਲੀਵ ਕਰਨਾ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਮੂਸਾ ਦੇ ਨਾਲੋਂ ਵੱਡੀ ਗਲੋਰੀ ਦਿੱਤੀ ਹੈ, ਕਿਸ ਤਰ੍ਹਾਂ ਹੋ ਸਕਦਾ ਹੈ। ਪਰ ਪਾਸਟਰ ਮੈਂ ਤੁਹਾਨੂੰ ਬਹੁਤ ਅਪਰੀਸ਼ੀਏਟ ਕਰਦਾ ਹਾਂ। ਤੁਸੀਂ ਐਗਜ਼ੀਕਿਊਟਿਵ ਪਾਸਟਰ ਹੋ ਜਿਹੜੇ ਕਿ ਜਾਣਦੇ ਆ। ਤੁਸੀਂ ਮੇਰੇ ਬਹੁਤ ਏਰੀਆਜ਼ ਵਿੱਚ ਮੈਨੂੰ ਹੈਲਪ ਕਰਦੇ ਹੋ। ਮੈਂ ਤੁਹਾਡਾ ਟਰਸਟ ਕਰਦਾ ਹਾਂ ਕਿ ਤੁਸੀਂ ਮੈਨੂੰ ਕਾਫੀ ਥਾਵਾਂ 'ਤੇ ਮਦਦ ਕਰੋ। ਇਹ ਯਾਤਰਾ ਆ ਜੋ ਕਿ ਇਹ ਵਿਸ਼ਵਾਸ ਜੋ ਆ ਇਹ ਐਵੇਂ ਨਹੀਂ ਆ ਜਾਂਦਾ, ਇਸ ਨੂੰ ਗੇਨ ਕੀਤਾ ਜਾਂਦਾ ਹੈ। ਫਿਰ ਵੀ ਲੇਕਿਨ ਤੁਸੀਂ ਮੇਰੇ ਬੇਟੇ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਉਹ ਤੁਹਾਡੇ ਨਾਲੋਂ 100% ਸਕਿੱਲ ਨੀਗਾ, ਉਹਦੇ ਕੋਲ ਤੁਹਾਡੇ ਜਿੰਨੀ ਅੰਡਰਸਟੈਂਡਿੰਗ ਨੀਗੀ। ਫਿਰ ਵੀ ਮੇਰਾ ਬੇਟਾ ਜੋ ਆ ਉਹਦੇ ਕੋਲ ਕੁਛ ਹੈ, ਜਿਸ ਨੂੰ ਉਸਨੂੰ ਕੰਮ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹ ਮੇਰਾ ਬੇਟਾ ਆ। ਤੁਸੀਂ ਉੱਥੇ ਤੱਕ ਪਹੁੰਚੇ ਕਿਉਂਕਿ ਤੁਸੀਂ ਕੰਮ ਕੀਤਾ ਹੈ। ਇਹ ਡਿਫਰੈਂਸ ਆ ਔਰ ਇਹ ਅੰਤਰ ਆ ਇੱਕ ਬੇਟੇ ਦੇ ਵਿੱਚ ਔਰ ਇੱਕ ਕੰਮ ਕਰਨ ਵਾਲੇ ਦੇ ਵਿੱਚ। ਜੇ ਤੁਹਾਡੇ ਕੋਲ ਅਸਿਸਟੈਂਟ ਹੋਵੇ, ਚਾਹੇ ਉਹ ਜਿੰਨਾ ਮਰਜ਼ੀ ਚੰਗਾ ਅਸਿਸਟੈਂਟ ਕਿਉਂ ਨਾ ਹੋਵੇ, ਲੇਕਿਨ ਉਹ ਤੁਹਾਡਾ ਵਾਂਗੂ ਨਹੀਂ ਹੋ ਸਕਦਾ। ਚਾਹੇ ਤੁਹਾਡੇ ਬੇਟੇ ਨੇ ਤੁਹਾਡੀ ਉਨੀ ਮਦਦ ਵੀ ਨਾ ਕੀਤੀ ਹੋਵੇ ਜਿੰਨੀ ਇਸ ਅਸਿਸਟੈਂਟ ਨੇ ਕੀਤੀ ਆ। ਇਹ ਸੇਮ ਆ ਮੂਸਾ ਔਰ ਸਾਡੇ ਨਾਲ। ਅਸੀਂ ਕੌਣ ਆ? ਅਸੀਂ ਮੂਸਾ ਨਾਲੋਂ ਵੱਧ ਕੇ ਹਾਂ, ਕਿਉਂਕਿ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ। ਲੇਕਿਨ ਪਰਮੇਸ਼ਰ ਨੇ ਮੂਸਾ ਨੂੰ ਕਿਸ ਤਰ੍ਹਾਂ ਦੇਖਿਆ? ਰੈਵਲੇਸ਼ਨ ਵਿੱਚ ਤੁਸੀਂ ਦੇਖਦੇ ਹੋ, ਉਹ ਕਹਿੰਦਾ ਕਿ ਮੇਰਾ ਨੌਕਰ ਮੋਸੇਸ, ਮੇਰਾ ਸੇਵਕ ਮੋਸੇਸ। ਤੁਸੀਂ ਇਬਰਾਨੀ ਵਿੱਚ ਦੇਖੋਗੇ 3 ਬਾਪ 5 ਆਇਤ ਦੇ ਵਿੱਚ 3:5 ਲਿਖਿਆ ਨਾ, ਮੂਸਾ ਵਿਸ਼ਵਾਸੀ ਸੀਗਾ ਪਰਮੇਸ਼ਵਰ ਦੇ ਘਰ ਦੇ ਵਿੱਚ ਇੱਕ ਨੌਕਰ ਦੀ ਤਰ੍ਹਾਂ। ਮੂਸਾ ਬਹੁਤ ਵਿਸ਼ਵਾਸੀ ਸੀਗਾ ਪੂਰੇ ਪਰਮੇਸ਼ਵਰ ਦੇ ਘਰ ਦੇ ਵਿੱਚ। ਇੱਕ ਨੌਕਰ ਦੀ ਤਰ੍ਹਾਂ, ਇੱਕ ਸੇਵਕ ਦੀ ਤਰ੍ਹਾਂ। ਬਹੁਤ ਵਫਾਦਾਰ ਸੀਗਾ, ਲੇਕਿਨ ਇੱਕ ਨੌਕਰ ਦੀ ਤਰ੍ਹਾਂ, ਇੱਕ ਸੇਵਕ ਦੀ ਤਰ੍ਹਾਂ। ਪਰਸਪੈਕਟਿਵ, ਨਜ਼ਰੀਆ। ਅਸੀਂ ਦੂਰੋਂ ਦੇਖਦੇ ਹਾਂ ਕਿਸੇ ਚੀਜ਼ ਨੂੰ, ਅਸੀਂ ਸੋਚਦੇ ਹਾਂ ਕਿ ਉਸ ਬਹੁਤ ਚਮਕਦਾ ਹੈ। ਕੀ ਸੱਚੀ ਚਮਕਦਾ ਹੈ? ਪਰਮੇਸ਼ਰ ਕਹਿੰਦਾ ਕਿ ਜਦੋਂ ਮੈਂ ਉਹਨੂੰ ਦੇਖਦਾ, ਮੈਂ ਉਹਨੂੰ ਆਪਣੇ ਨੌਕਰ ਦੀ ਤਰ੍ਹਾਂ ਦੇਖਦਾ ਹਾਂ। ਪਰਮੇਸ਼ਰ ਸਾਨੂੰ ਕਿਸ ਤਰ੍ਹਾਂ ਦੇਖਦਾ ਹੈ? ਯਹੂਨਾ ਦੀ ਅੰਜੀਲ 15 ਬਾਪ 15 ਉਹ ਕਹਿੰਦਾ ਹੈ ਕਿ ਹੁਣ ਮੈਂ ਤੁਹਾਨੂੰ ਸੇਵਕ ਨਹੀਂ ਬੁਲਾਇਆ, ਕਿਉਂਕਿ ਸੇਵਕ ਨੂੰ ਨਹੀਂ ਪਤਾ ਕਿ ਉਹਦਾ ਮਾਲਿਕ ਕੀ ਕਰ ਰਿਹਾ ਆ, ਲੇਕਿਨ ਮੈਂ ਤੁਹਾਨੂੰ ਮਿੱਤਰ ਕਹਿ ਕੇ ਬੁਲਾਉਂਦਾ ਆ।
ਉਹ ਯਿਸੂ ਮਸੀਹ ਆਪਣੀ ਐਲੀਵੇਸ਼ਨ ਦੀ ਗੱਲ ਕਰ ਰਿਹਾ ਹੈ। ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਨੌਕਰ ਕਹਿ ਕੇ ਸੇਵਕ ਕਹਿ ਕੇ ਨਹੀਂ ਬੁਲਾ ਰਿਹਾ, ਮੈਂ ਤੁਹਾਨੂੰ ਦੋਸਤ ਕਹਿ ਕੇ ਬੁਲਾ ਰਿਹਾ। ਲੇਕਿਨ ਨਵੇਂ ਨਿਯਮ ਦੇ ਵਿੱਚ ਉਸਨੇ ਉਸਨੂੰ ਸੇਵਕ ਕਿਹਾ। ਸਾਰੇ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਉਸਨੂੰ ਸੇਵਕ ਕਰਕੇ ਬੁਲਾਇਆ ਗਿਆ। ਜਿਹੜਾ ਪਰਸਪੈਕਟਿਵ ਆ, ਨਜ਼ਰੀਆ ਆ, ਉਹ ਸਾਨੂੰ ਆਪਣੇ ਆਪ ਨੂੰ ਹੌਲਾ ਕਰ ਦਿੰਦਾ ਆ ਔਰ ਮੂਸਾ ਨੂੰ ਉੱਚਾ ਕਰ ਦਿੰਦਾ ਹੈ ਕਿਉਂਕਿ ਉਸਨੇ ਕੁਝ ਦੇਖਿਆ ਸੀਗਾ। ਲੇਕਿਨ ਮਸੀਹ ਸਾਨੂੰ ਵੱਧ ਕੇ ਬੁਲਾਉਂਦਾ। ਉਹ ਕਹਿੰਦਾ ਕਿ ਤੁਸੀਂ ਮੇਰੇ ਦੋਸਤ ਹੋ। ਤਾਂ ਫਿਰ ਕੌਨਫਲਿਕਟ ਕਿੱਥੇ ਆਉਂਦਾ ਹੈ? ਕਿਉਂ ਅਸੀਂ ਬਿਲੀਵ ਕਰਨ ਵਿੱਚ ਸਟਰਗਲ ਕਰਦੇ ਹਾਂ ਜੋ ਅਸੀਂ ਬਿਲੀਵ ਕਰਦੇ ਹਾਂ? ਇਹ ਵਾਪਸ ਜਾਂਦਾ ਹੈ ਜੋ ਕਿ ਮੂਸਾ ਨੇ ਗਲੋਰੀ ਐਕਸਪੀਰੀਅੰਸ ਕੀਤੀ ਸੀ, ਜੋ ਕਿ ਬ੍ਰਾਈਟ ਬਹੁਤ ਚਮਕਦੀ ਸੀ ਔਰ ਵਿਜ਼ੀਬਲ ਸੀਗੀ। ਲੇਕਿਨ ਜੋ ਅਸੀਂ ਐਕਸਪੀਰੀਅੰਸ ਕਰਦੇ ਹਾਂ ਉਹ ਉਹਦੇ ਵਾਂਗੂ ਜ਼ਿਆਦਾ ਚਮਕਾਹਟ ਨਹੀਂ ਗੀ, ਉਹਦੇ ਵਾਂਗੂ ਲਾਊਡ ਨਹੀਂ ਗੀ। ਕਿ ਉਹ ਕਾਰਨ ਹੋ ਸਕਦਾ ਹੈ ਕਿ ਅਸੀਂ ਸਮਝਦੇ ਨਹੀਂ ਗੇ ਕਿ ਪਰਮੇਸ਼ਰ ਕਿੱਦਾਂ ਕੰਮ ਕਰਦਾ ਹੈ। ਇਹਦੇ ਵਿੱਚ ਕਾਫੀ ਕੁਛ ਆ। ਲੇਕਿਨ ਬਹੁਤ ਸਮੇਂ ਹੋ ਚੁੱਕਾ ਹੈ ਔਰ ਮੈਨੂੰ ਨਹੀਂ ਪਤਾ ਕਿ ਅੱਜ ਦੇ ਵਾਸਤੇ ਕਿ ਨਹੀਂ। ਤੁਹਾਨੂੰ ਯਾਦ ਆ ਉਸ ਸਮੇਂ ਯਿਸੂ ਮਸੀਹ 2 ਚੇਲਿਆਂ ਦੇ ਨਾਲ ਤੁਰ ਰਿਹਾ ਸੀਗਾ। ਲੂਕਾ ਦੀ ਇੰਜੀਲ ਦੇ ਵਿੱਚ ਆ 24 ਬਾਬ ਕੀ ਤੁਸੀਂ ਪੜ੍ਹ ਸਕਦੇ ਹੋ? ਲੂਕਾ 24:13 ਆਇਤ ਵਿੱਚ, ਉਸੇ ਦਿਨ ਯਿਸੂ ਦੇ 2 ਚੇਲੇ ਇਮਾਉਸ ਸ਼ਹਿਰ ਨੂੰ ਜਾ ਰਹੇ ਸਨ ਜੋ ਕਿ ਯਰੂਸ਼ਲਮ ਤੋਂ 7 ਮੀਲ ਸੀ। ਉਹ ਇੱਕ ਦੂਸਰੇ ਨਾਲ ਇਹਨਾਂ ਸਭ ਗੱਲਾਂ ਬਾਰੇ ਗੱਲ ਕਰ ਰਹੇ ਸਨ। ਜਦੋਂ ਇਹਨਾਂ ਗੱਲਾਂ ਬਾਰੇ ਚਰਚਾ ਕਰ ਰਹੇ ਸਨ, ਯਿਸੂ ਖੁਦ ਉਹਨਾਂ ਨਾਲ ਰਲ ਗਏ। ਜਦੋਂ ਕਿ ਉਹ ਗੱਲਾਂ ਕਰ ਰਹੇ ਸੀਗੇ ਔਰ ਜੋ ਉਹਨਾਂ ਗੱਲਾਂ ਬਾਰੇ ਗੱਲ ਕਰ ਰਹੇ ਸੀ ਜੋ ਹੋ ਰਹੀਆਂ ਸੀਗੀਆਂ। ਜਦੋਂ ਤੁਸੀਂ ਗੱਲਾਂ ਕਰਦੇ ਆ, ਉੱਪਰਲੀਆਂ ਗੱਲਾਂ ਦੇ ਬਾਰੇ ਗੱਲ ਕਰ ਰਹੇ ਹੋ, ਜਿਹੜੀ ਗੱਲ ਦੇ ਬਾਰੇ ਤੁਸੀਂ ਗੱਲ ਕਰੋਗੇ ਉਹ ਤੁਹਾਡੇ ਨੇੜੇ ਆ ਜਾਏਗੀ। ਅਸਮਾਨ ਨੂੰ ਆਪਣੇ ਅਟਰੈਕਟ ਕਰਨ ਦੇ ਵਾਸਤੇ ਉਹਦੇ ਬਾਰੇ ਗੱਲ ਕਰੋ। ਸਰਵਿਸ ਤੋਂ ਬਾਅਦ ਤੁਸੀਂ ਕੁਝ ਜਾ ਕੇ ਖਾਣ ਦੇ ਵਾਸਤੇ ਜਾਓਗੇ, ਤੁਸੀਂ ਮੌਸਮ ਦੀ ਗੱਲ ਕਰੋਗੇ, ਤੁਸੀਂ ਕਰੋਨਾ ਦੀ ਗੱਲ ਕਰੋਗੇ, ਤੁਸੀਂ ਬੇਸਬਾਸ ਦੀ ਗੱਲ ਕਰ ਸਕਦੇ ਹੋ, ਜਾਂ ਉਹ ਤੁਸੀਂ ਉਸ ਬੁੱਧੀ ਦੇ ਬਾਰੇ ਗੱਲ ਕਰ ਸਕਦੇ ਹੋ ਜੋ ਤੁਹਾਨੂੰ ਦਿੱਤੀ ਗਈ ਆ। ਜਦ ਕਿ ਉਹ ਗੱਲ ਕਰ ਰਹੇ ਸੀਗੇ, ਪਿੱਛੇ ਇੱਕ ਗੱਲ ਕਰ ਰਹੇ ਸੀਗੇ, ਕੋਈ ਉਹਨਾਂ ਦੇ ਨੇੜੇ ਆ ਗਿਆ, ਕੋਈ ਉਹਨਾਂ ਦੇ ਨੇੜੇ ਆ ਗਿਆ, ਕੋਈ ਉਹਨਾਂ ਦੇ ਨੇੜੇ ਆ ਗਿਆ। ਮੈਂ ਪ੍ਰਾਰਥਨਾ ਕਰ ਰਿਹਾ ਸੀਗਾ ਇੱਕ ਇਨਸਾਨ ਦੇ ਵਾਸਤੇ, ਔਰ ਮੈਂ ਪ੍ਰਾਰਥਨਾ ਕੀਤੀ ਸੀ ਕਿ ਪ੍ਰਭੂ ਕਿਉਂ ਇਸ ਇਨਸਾਨ ਦੇ ਜੀਵਨ ਦੇ ਵਿੱਚ ਬ੍ਰੇਕ ਥਰੂ ਨਹੀਂ ਆ ਰਿਹਾ। ਔਰ ਉਹ ਆ ਰਿਹਾ ਸੀਗਾ, ਉਹ ਇਨਸਾਨ ਬਾਰ-ਬਾਰ ਮਿਨਿਸਟਰੀ ਨੂੰ ਅਪਰੀਸ਼ੀਏਟ ਕਰ ਰਿਹਾ ਸੀਗਾ, ਲੇਕਿਨ ਇੱਕ ਬਲੌਕੇਜ ਸੀ। ਮੈਂ ਪ੍ਰਾਰਥਨਾ ਕੀਤੀ, ਮੈਂ ਕਿਹਾ ਪ੍ਰਭੂ ਤੈਨੂੰ ਮੈਨੂੰ ਦਿਖਾਉਣਾ ਪੈਣਾ ਹੈ ਕੀ ਪ੍ਰੋਬਲਮ ਹੈ ਇਸ ਜੈਂਟਲਮੈਨ ਦੇ ਨਾਲ। ਜਦੋਂ ਮੈਂ ਹਾਲੇ ਸੋ ਰਿਹਾ ਸੀਗਾ ਔਰ ਮੈਂ ਇਸ ਇਨਸਾਨ ਨੂੰ ਆਪਣੇ ਡ੍ਰੀਮ ਦੇ ਵਿੱਚ ਦੇਖਿਆ, ਉਹਦੀ ਪਤਨੀ ਡ੍ਰੀਮ ਦੇ ਵਿੱਚ ਮੇਰੇ ਕੋਲ ਆਈ ਔਰ ਉਸਨੇ ਮੈਨੂੰ ਦੱਸਣਾ ਸ਼ੁਰੂ ਕੀਤਾ, ਹਾਂ ਉਹ ਤੈਨੂੰ ਸੁਣਦਾ ਹੈ। ਲੇਕਿਨ ਉਸ ਤੋਂ ਬਾਅਦ ਉਹ ਦੂਸਰਿਆਂ ਹੋਰਾਂ ਨੂੰ ਸੁਣਦਾ ਹੈ। ਉਸ ਨਾਲੋਂ ਵੀ ਜ਼ਿਆਦਾ ਕਨਫਿਊਜ਼ਡ ਆ।
ਇਹ ਇੰਡੀਵਿਜੂਅਲ ਜਿਹੜਾ ਸੀਗਾ ਉਹ ਉਹਨਾਂ ਲੋਕਾਂ ਕੋਲ ਜਾ ਰਿਹਾ ਸੀਗਾ ਜੋ ਕਿ ਉਸਨੂੰ ਉਸ ਇਨਫੋਰਮੇਸ਼ਨ ਦੇ ਨਾਲ ਭਰ ਰਹੇ ਸੀਗੇ, ਜੋ ਕਿ ਇਨਫੋਰਮੇਸ਼ਨ ਮੈਂ ਉਸਨੂੰ ਦਿੱਤੀ ਸੀਗੀ ਉਸਨੂੰ ਗਵਾ ਰਿਹਾ ਸੀਗਾ। ਇਸ ਲਈ ਜੋ ਕੁਝ ਤੁਸੀਂ ਬੋਲੋਗੇ ਜ਼ਬੂਰ 50 23 ਆਇਤ ਵਿੱਚ offers praise and glorifies me. And to him that orders his ਜ਼ਬੂਰ 50 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ I show the salvation. ਜੋ To him that orders. ਜਿਹੜੇ ਕਿ ਆਰਡਰ ਕਰਦੇ ਹੈ Order in the ਕਨਵਰਸੇਸ਼ਨਸ ਦੇ ਵਿੱਚ, meaning there are some conversations I will not allow into my soul, into my spirit. ਕੁਝ ਇਸ ਤਰ੍ਹਾਂ ਦੀ ਕਨਫਰਮੇਸ਼ਨ ਜਿਸ ਤਰ੍ਹਾਂ Cancel out the salvation that I'm supposed to see. ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜੋ ਕਿ ਕੈਂਸਲ ਕਰ ਦਿੰਦੀਆਂ ਹੈ, ਕੁਝ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਆ ਉਹ ਕੈਂਸਲ ਕਰ ਦਿੰਦੀਆਂ ਹੈ ਤੁਹਾਡੇ ਘਰ ਦੇ ਵਿੱਚ ਜੋ ਕਿ ਸੈਲਵੇਸ਼ਨ ਆਉਣੀ ਚਾਹੀਦੀ ਹੈ ਉਸ ਨੂੰ। ਸੋ ਕਿਸ ਤਰ੍ਹਾਂ ਦੀ ਗੱਲਾਂ ਤੁਸੀਂ ਸੁਣਦੇ ਹੋ, ਔਰ ਇਹ ਜੋ ਜਵਾਨ ਸੀਗਾ ਜਿਹੜੇ ਬਹੁਤ ਸਾਰੇ ਲੋਕੀ ਸੀਗੇ ਉਸ ਟਾਈਮ ਯਰੂਸ਼ਲਮ ਦੇ ਵਿੱਚ, ਲੇਕਿਨ ਯਿਸੂ ਮਸੀਹ ਨੇ ਦੋਰਾਂ ਨੂੰ ਲੱਭਿਆ ਔਰ ਉਹਨਾਂ ਦੀ ਕਨਵਰਸੇਸ਼ਨ ਉਸਨੇ ਇੰਜੋਏ ਕੀਤਾ, ਉਹਨਾਂ ਦੇ ਡਿਬੇਟ ਨੂੰ ਉਸਨੇ ਇੰਜੋਏ ਕੀਤਾ, ਉਹਦੀ ਆਬਜ਼ਰਵੇਸ਼ਨਸ ਨੂੰ ਉਸਨੇ ਇੰਜੋਏ ਕੀਤਾ, ਉਸਨੇ ਅਟੈਂਸ਼ਨ ਪੇ ਕੀਤਾ ਔਰ ਹੌਲੀ ਹੌਲੀ ਉਹਨਾਂ ਦੇ ਨੇੜੇ ਆਇਆ। 15 ਆਇਤ ਜਿਸ ਤਰ੍ਹਾਂ ਲਿਖਿਆ ਹੈ, ਜਦ ਕਿ ਉਹ ਗੱਲ ਕਰ ਰਹੇ ਸੀਗੇ ਇਹਨਾਂ ਗੱਲਾਂ ਦੇ ਬਾਰੇ, ਯਿਸੂ ਨੇ ਆਪਣੇ ਆਪ ਨੂੰ ਉਹਨਾਂ ਦੇ ਨੇੜੇ ਲੈ ਕੇ ਆਇਆ। ਉਹ ਗੱਲ ਕਰ ਰਹੇ ਆ ਔਰ ਉਹਨਾਂ ਦੇ ਨਾਲ ਕੋਈ ਆਣ ਕੇ ਨਾਲ ਲੱਗ ਜਾਂਦਾ ਆ, ਉਹ ਉਹਨਾਂ ਦੇ ਨੇੜੇ ਆਇਆ। ਪਰਮੇਸ਼ਵਰ ਤੁਹਾਡੇ ਨੇੜੇ ਆਵੇ ਅੱਜ ਤੋਂ ਬਾਅਦ। ਮੈਂ ਤੁਹਾਨੂੰ ਚਾਬੀ ਦੇ ਰਹੀ ਕਿ ਕਿਸ ਤਰ੍ਹਾਂ ਕਿ ਪਰਮੇਸ਼ਵਰ ਨੂੰ ਆਪਣੇ ਨੇੜੇ ਲੈ ਕੇ ਆਉਣਾ ਆ। ਸਾਡੇ ਵਿੱਚ ਬਹੁਤ ਸਾਰੇ ਇੰਤਜ਼ਾਰ ਕਰ ਰਹੇ ਆ, ਤੁਸੀਂ ਆਲਰੇਡੀ ਟਾਈਮ ਨੂੰ ਦੇਖ ਰਹੇ ਹੋ, ਤੁਸੀਂ ਆਲਰੇਡੀ ਰਸ਼ ਕਰ ਰਹੇ ਹੋ। ਤੁਸੀਂ ਇਹ ਜੋ ਚਾਬੀ ਮੈਂ ਤੁਹਾਨੂੰ ਦੇ ਰਿਹਾ ਆ ਕਿ ਉਹਦੇ ਉੱਤੇ ਮੈਡੀਟੇਟ ਕਰੋ, ਉਹਦੇ ਉੱਤੇ ਉਹਨੂੰ ਪ੍ਰਸ਼ਨ ਪੁੱਛੋ, ਆਪਣੀ ਬੁੱਧੀ ਵਿੱਚ ਵਧੋ ਤਾਂ ਕਿ ਤੁਸੀਂ ਹੋਰ ਚਮਕੋ। ਔਰ ਤੁਸੀਂ ਦੇਖ ਰਹੇ ਹੋ ਕੀ ਹੁੰਦਾ ਆ। ਔਰ ਉਹਨਾਂ ਦੇ ਨਾਲ ਗਿਆ, ਪਰ ਉਹਨਾਂ ਦੀ ਅੱਖਾਂ ਉਸ ਨੂੰ ਪਛਾਣਨ ਨਹੀਂ ਦਿੱਤਾ। ਇਹ ਸੂਲੀ ਤੋਂ ਪਹਿਲਾਂ ਸੀ, ਸੂਲੀ ਤੋਂ ਬਾਅਦ, ਯਿਸੂ ਦੇ ਮਰਨ ਤੋਂ ਬਾਅਦ ਇਹ ਯਿਸੂ ਦੀ ਗਲੋਰੀਫਾਈਡ ਮਹਿਮਾ ਵਾਲੀ ਦੇ ਆ। ਇਹ ਮਹਿਮਾ ਦੇ ਨਾਲ ਭਰਿਆ ਹੋਇਆ ਯਿਸੂ ਦੇ ਅੱਜ ਉਹਨਾਂ ਦੇ ਸਾਹਮਣੇ ਆਈ ਆ। ਉਸ ਨੂੰ ਰੈਕਗਨਾਈਜ਼, ਉਸ ਨੂੰ ਨਹੀਂ ਪਛਾਣਦੇ। ਯਿਸੂ ਨੂੰ ਜੋ ਕਿ ਜਿਹੜਾ ਕਿ ਜ਼ਿੰਦਾ ਹੋਇਆ ਯਿਸੂ ਆ, ਉਸ ਨੂੰ ਨਹੀਂ ਪਛਾਣਦੇ ਪਏ। ਹੁਣ ਉਹਦੇ ਨਾਲ ਗੱਲ ਕਰ ਰਿਹਾ ਆ ਔਰ ਉਸ ਨੂੰ ਪਛਾਣਦੇ ਨਹੀਂ ਗਏ। ਅੱਗੇ ਚੱਲੀਏ। ਤਦ ਯਿਸੂ ਨੇ ਕਿਹਾ, ਜਦੋਂ ਤੁਸੀਂ ਤੁਰ ਰਹੇ ਸੀ, ਇਹ ਕਿਸ ਦੇ ਬਾਰੇ ਤੁਸੀਂ ਚਰਚਾ ਕਰ ਰਹੇ ਸੀ? ਉਹ ਦੋਨੋਂ ਮਨੁੱਖ ਖੜੋ ਗਏ। ਉਹਨਾਂ ਨੇ ਚਰਚਾ ਬਾਰੇ ਉਦਾਸ ਨਜ਼ਰ ਆ ਰਹੇ ਸੀ। ਉਹਨਾਂ ਨੇ ਵਿੱਚੋਂ ਇਹ ਜਿਸ ਦਾ ਨਾਂ ਕਲੀਪੀਉਸ ਸੀ ਕਿਹਾ, ਯਰੂਸ਼ਲਮ ਸ਼ਹਿਰ ਵਿੱਚ ਤੂੰ ਕੀ ਇੱਕੋ ਹੀ ਜਿਹਾ ਮਨੁੱਖ ਹੋਵੇਗਾ ਜਿਸ ਨੂੰ ਇਹ ਨਹੀਂ ਪਤਾ ਕਿ ਉੱਥੇ ਪਿਛਲੇ ਕੁਝ ਦਿਨਾਂ ਦੀ ਕੀ ਵਾਪਰਿਆ ਸੀ? ਯਿਸੂ ਨੇ ਪੁੱਛਿਆ, ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਉਹਨਾਂ ਨੇ ਉਸ ਨੂੰ ਕਿਹਾ, ਇੱਕ ਨਾਸਰਤ ਦੇ ਯਿਸੂ ਬਾਰੇ। ਉਹ ਪਰਮੇਸ਼ਰ ਦੇ ਲੋਕਾਂ ਲਈ ਇੱਕ ਮਹਾਨ ਨਬੀ ਸੀ, ਇਸ ਲਈ ਸ਼ਕਤੀਸ਼ਾਲੀ ਬਚਨਾਂ ਅਤੇ ਕਰਨੀਆਂ ਦੁਆਰਾ ਸਾਬਤ ਕਰ ਦਿੱਤਾ, ਪਰ ਸਾਡੇ ਆਗੂਆਂ ਨੇ
ਅਤੇ ਪ੍ਰਧਾਨ ਯਾਜਕਾਂ ਨੇ ਉਸ ਨੂੰ ਸਜ਼ਾ ਦੇਣ ਲਈ ਮੌਤ ਦੇ ਹਵਾਲੇ ਕਰ ਦਿੱਤਾ ਅਤੇ ਉਹਨਾਂ ਨੇ ਉਸ ਨੂੰ ਸਲੀਬ ਉੱਤਰ ਠੋਕ ਦਿੱਤਾ। ਪਰ ਸਾਨੂੰ ਆਸ ਸੀ ਕਿ ਉਹ ਸੀ ਇਜ਼ਰਾਈਲ ਦੇ ਛੁਟਕਾਰੇ ਦੇ ਦਿੰਦਾ ਹੈ। ਪਰ ਉਸੇ ਦੌਰਾਨ ਇਹ ਸਭ ਵਾਪਰ ਗਿਆ। ਯਿਸੂ ਨੂੰ ਮਾਰਿਆ 3 ਦਿਨ ਹੋ ਗਏ ਹਨ, ਪਰ ਸਾਡੀਆਂ ਕੁਝ ਔਰਤਾਂ ਨੇ ਸਾਨੂੰ ਇਹ ਹੈਰਾਨ ਨਜ਼ਰ ਖਬਰ ਦਿੱਤੀ ਹੈ। ਅੱਜ ਸਵੇਰੇ ਵੇਲੇ ਔਰਤਾਂ ਯਿਸੂ ਦੀ ਕਬਰ ਵੱਲ ਗਈਆਂ, ਪਰ ਉਸ ਦਾ ਸਰੀਰ ਉਸ ਵਿੱਚ ਨਾ ਲੱਭਿਆ। ਉਹ ਅੱਖੀਆਂ ਆਈਆਂ ਅਤੇ ਉਹਨਾਂ ਨੇ ਸਾਨੂੰ ਕਿਹਾ ਉਹਨਾਂ ਨੇ ਇੱਕ ਦਰਸ਼ਨ ਵੇਖਿਆ ਹੈ ਅਤੇ ਦਰਸ਼ਨ ਵਿੱਚ ਦੂਤਾਂ ਨੇ ਉਹਨਾਂ ਨੂੰ ਕਿਹਾ ਕਿ ਯਿਸੂ ਜ਼ਿੰਦਾ ਹੈ। ਸਾਡੇ ਸਮੂਹ ਦੇ ਕੁਝ ਲੋਕ ਵੀ ਕਬਰ ਵੇਖਣ ਗਏ ਅਤੇ ਉਹਨਾਂ ਨੇ ਵੀ ਉਹ ਕੁਝ ਵੇਖਿਆ ਜੋ ਔਰਤਾਂ ਨੇ ਆਖਿਆ ਸੀ। ਉਹਨਾਂ ਨੇ ਕਬਰ ਵੇਖੀ, ਪਰ ਕਬਰ ਵਿੱਚੋਂ ਯਿਸੂ ਨਾ ਲੱਭਿਆ। ਤਦ ਯਿਸੂ ਨੇ ਉਹਨਾਂ ਨੂੰ ਮਨੁੱਖਾਂ ਨੂੰ ਕਿਹਾ, ਤੁਸੀਂ ਮੂਰਖ ਹੋ ਅਤੇ ਸਮਝ ਵਿੱਚ ਢਿੱਲੇ ਹੋ। ਜੋ ਕੁਝ ਨਬੀਆਂ ਨੇ ਆਖਿਆ ਹੈ ਉਹਨਾਂ ਉਸ ਸਭ ਕਾਸੇ ਦਾ ਅਸਾਥਾ ਰੱਖਣੀ ਚਾਹੀਦੀ ਹੈ। ਉਹਨਾਂ ਨੇ ਆਖਿਆ ਕਿ ਮਸੀਹ ਨੂੰ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਹ ਸਭ ਕਸ਼ਟਾਂ ਵਿੱਚੋਂ ਲੰਘਣਾ ਜ਼ਰੂਰੀ ਸੀ। ਫਿਰ ਯਿਸੂ ਨੇ ਮੁੜੋਂ ਮੂਸਾ ਅਤੇ ਹੋਰ ਸਭਨਾਂ ਨਬੀਆਂ ਤੋਂ ਜੋ ਕੁਝ ਵੀ ਪੋਥੀਆਂ ਵਿੱਚ ਉਸ ਬਾਰੇ ਲਿਖਿਆ ਸੀ ਵਰਣਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕਿ ਉਸਨੇ ਦੱਸਿਆ, ਇਹ ਬਹੁਤ ਹੀ ਖਤਰਨਾਕ ਚੀਜ਼ ਆ। ਇਸ ਚੈਪਟਰ ਦੇ ਨਾਲ ਅਸੀਂ ਬਹੁਤ ਅੱਗੇ ਜਾ ਵੱਧ ਸਕਦੇ ਹਾਂ। ਮੈਂ ਤੁਹਾਨੂੰ ਇੱਕ ਕੈਪਸੂਲ ਦੀ ਤਰ੍ਹਾਂ ਇਸ ਨੂੰ ਦੇ ਸਕਦਾ ਹਾਂ। ਮੈਂ ਤੁਹਾਨੂੰ ਹੋਮਵਰਕ ਦੇਣਾ ਮੰਗਦਾ ਹਾਂ। ਇਸ ਗੱਲ ਨੂੰ ਦੇਖੀਏ। ਵਚਨ ਕਹਿ ਰਿਹਾ ਕਿ ਜਿਹੜਾ ਯਿਸੂ ਮਸੀਹ ਜ਼ਿੰਦਾ ਹੋ ਕੇ ਉਹਨਾਂ ਦੇ ਸਾਹਮਣੇ ਅਪੀਅਰ ਹੋਇਆ, ਪਰ ਉਹਨਾਂ ਨੂੰ ਉਸ ਨੂੰ ਪਛਾਣ ਨਾ ਪਾਏ। ਕਿ ਇਹ ਸਿਰਫ ਅਸੀਂ ਆ ਜਿਹੜੇ ਕਿ ਵਿਸ਼ਵਾਸ ਕਰਦੇ ਆ ਕਿ ਮੂਸਾ ਦੀ ਮਹਿਮਾ ਵੱਡੀ ਸੀਗੀ, ਲੇਕਿਨ ਇਹ ਲਿਖਿਆ ਗਿਆ ਆ, ਦੱਸਿਆ ਗਿਆ ਹੈ ਕਿ ਨਵੇਂ ਨਿਯਮ ਦੇ ਵਿੱਚ ਯਿਸੂ ਉਹਨਾਂ ਦੇ ਸਾਹਮਣੇ ਆਇਆ ਮਹਿਮਾ ਤੋਂ ਬਾਅਦ, ਲੇਕਿਨ ਉਸ ਨੂੰ ਦੇਖ ਨਹੀਂ ਪਾਏ। ਕਿ ਇਹ ਪੋਸੀਬਲ ਆ ਕਿ ਅਸੀਂ ਵੀ ਇਸ ਤਰ੍ਹਾਂ ਕਿ ਅਸੀਂ ਵੀ ਉਸ ਮਹਿਮਾ ਦੇ ਨਾਲ ਡਰੈਸਡ ਆ ਜੋ ਕਿ ਨਜ਼ਰ ਨਹੀਂ ਆ ਰਹੀ। ਜਿਸ ਤਰ੍ਹਾਂ ਕਿ ਯਿਸੂ ਦੀ ਗਲੋਰੀ ਮਹਿਮਾ ਨਜ਼ਰ ਨਹੀਂ ਸੀ ਆ ਰਹੀ ਉਹਨਾਂ ਨੂੰ। ਅਸੀਂ ਆਪਣੇ ਦਿਮਾਗਾਂ ਦੇ ਵਿੱਚ ਸੋਚ ਲੈਂਦੇ ਹਾਂ ਕਿ ਮੂਸਾ ਦੀ ਮਹਿਮਾ ਬਹੁਤ ਵੱਡੀ ਸੀਗੀ। ਕਿ ਉਹ ਹਰ ਇੱਕ ਨੇ ਦੇਖੀ ਸੀਗੀ ਮੂਸਾ ਦੀ ਮਹਿਮਾ? ਕਿ ਉਹਨਾਂ ਨੇ ਦੇਖੀ ਸੀਗੀ ਜੋ ਕਿ ਉਹਨਾਂ ਨੇ ਦੇਖੀ ਸੀਗੀ ਜੋ ਕਿ ਬੱਦਲ ਦੇ ਥੱਲੇ ਸੀਗੇ। ਕਿ ਤੁਹਾਡੀ ਜੋ ਤੁਸੀਂ ਸੋਚਿਆ, ਤੁਹਾਡੀ ਜਿਹੜੀ ਸੋਚ ਹੈ ਮਹਿਮਾ ਦੇ ਵਾਸਤੇ, ਉਹ ਤੁਹਾਡੀ ਅੱਖਾਂ ਨੂੰ ਖੋਲਦੀ ਆ ਕਿ ਤੁਸੀਂ ਮਹਿਮਾ ਨੂੰ ਦੇਖ ਸਕੋ। ਜੇ ਤੁਸੀਂ ਨਵੇਂ ਨਿਯਮ ਦੀ ਮਹਿਮਾ ਨੂੰ ਨਹੀਂ ਦੇਖਦੇ ਔਰ ਤੁਸੀਂ ਸੋਚਦੇ ਹੋ ਕਿ ਮੂਸਾ ਦੀ ਮਹਿਮਾ ਬਹੁਤ ਵੱਡੀ ਸੀ, ਤੁਸੀਂ ਦੇਖਦੇ ਹੋ ਕਿ ਲੋਕਾਂ ਦੀ ਅੱਖਾਂ ਨਹੀਂ ਸੀਗੀਆਂ। ਉਹਨਾਂ ਨੇ ਯਿਸੂ ਨੂੰ ਦੇਖਿਆ, ਜ਼ਿੰਦਾ ਹੋਣੇ ਦੇਖਿਆ, ਲੇਕਿਨ ਉਸ ਦੀ ਗਲੋਰੀ ਨੂੰ ਨਹੀਂ ਦੇਖਿਆ। ਉਸ ਦੀ ਰੈਕੋਗਨਾਈਜ਼ ਵੀ ਨਹੀਂ ਕੀਤਾ। ਉਹਨਾਂ ਨੇ ਉਹਦੀ ਗਲੋਰੀ ਨੂੰ ਨਹੀਂ, ਬਲਕਿ ਉਸ ਨੂੰ ਰੈਕੋਗਨਾਈਜ਼ ਵੀ ਨਹੀਂ ਕੀਤਾ। ਉਸਨੇ ਕਿਹਾ ਕਿ ਤੂੰ ਸਟ੍ਰੇਂਜਰ ਆ, ਤੈਨੂੰ ਪਤਾ ਨਹੀਂ ਕੀ ਹੋ ਰਿਹਾ। ਉਹ ਯਿਸੂ ਨਾਲ ਗੱਲ ਕਰ ਰਹੇ ਸੀਗੇ। ਇਹਦਾ ਮਤਲਬ ਹੈ ਕਿ 2 ਜੈਂਟਲਮੈਨ ਸੇ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਐਕਸਪੀਰੀਅੰਸ ਕੀਤਾ ਸੀਗਾ ਪਹਿਲਾਂ, ਲੇਕਿਨ ਜਦੋਂ ਗਲੋਰੀਫਾਈਡ ਜੀਸਸ ਆਇਆ ਉਹਨਾਂ ਦੇ ਕੋਲ ਇਨਫੋਰਮੇਸ਼ਨ ਨਹੀਂ ਸੀਗੀ, ਆਤਮਾ ਦੇ ਵਿੱਚ ਪ੍ਰਕਾਸ਼ਨ ਨਹੀਂ ਸੀਗਾ ਕਿ ਉਹਨਾਂ ਦੀ ਅੱਖਾਂ ਨੂੰ ਖੋਲ੍ਹਿਆ ਜਾਵੇ। ਔਰ ਹੁਣ ਦੁਬਾਰਾ ਉਸ ਆਇਤ ਦੇ ਕੋਲ ਜਾਂਦੇ ਆ ਕਿ
ਜੋ 2 ਕਰੰਥੀਆਂ 3:14 ਵਿੱਚ ਲਿਖਿਆ ਹੈ ਕਿ ਜੋ ਉਹਨਾਂ ਦੇ ਜੋ ਝਿੱਲੀ ਸੀਗੀ ਅੱਖਾਂ ਦੇ ਉੱਤੇ ਪਈ ਹੋਈ, ਉਹਨੇ ਉਸ ਨੂੰ ਢੱਕਿਆ ਹੋਇਆ ਸੀਗਾ। ਔਰ ਜੇ ਤੁਸੀਂ ਵੀ ਉਸ ਗਲੋਰੀ ਨੂੰ ਨਹੀਂ ਦੇਖ ਸਕਦੇ ਜੋ ਤੁਹਾਡੇ ਉੱਤੇ ਹੈ, ਇਹਦਾ ਮਤਲਬ ਇਹ ਹੋ ਸਕਦਾ ਕਿ ਤੁਹਾਡੀ ਅੱਖਾਂ ਹਾਲੇ ਨਹੀਂ ਖੁੱਲੀਆਂ। ਉਸ ਮੂਸਾ ਵੱਲ ਨਾ ਦੇਖੋ ਜਿਸਨੇ ਕਿ ਤੁਸੀਂ ਉਸ ਮੂਸਾ ਨੂੰ ਇੱਦਾਂ ਨਾ ਦੇਖੋ ਕਿ ਉਸਨੇ 2 ਵਾਰ ਪੱਥਰ ਨੂੰ, ਚੱਟਾਨ ਨੂੰ ਮਾਰਿਆ ਔਰ ਉਸ ਤੋਂ ਪਰਮੇਸ਼ਵਰ ਗੁੱਸੇ ਹੋ ਗਿਆ। ਲੇਕਿਨ ਪਰ ਉਸ ਨੂੰ ਜੱਜ ਨਾ ਕਰੋ, ਉਸ ਨੂੰ ਜੱਜ ਨਾ ਕਰੋ। ਮੈਂ ਤੁਹਾਨੂੰ ਇਸ 3 ਚਾਬੀਆਂ ਦੇਣਾ ਮੰਗਦਾ। ਇਸ ਦੇ ਵਿੱਚ 3 ਚਾਬੀਆਂ ਕਿ ਜੋ ਕਿ ਉਹਨਾਂ ਨੂੰ ਰੋਕਿਆ ਕਿ ਉਹ ਯਿਸੂ ਮਸੀਹ ਦੀ ਮਹਿਮਾ ਨਾ ਦੇਖ ਪਾਣ। ਉਦਾਸੀ, ਇਹ ਲਿਖਿਆ ਗਿਆ ਆ, ਉਹ ਉਦਾਸ ਸੀਗੇ। ਜਿਹੜੀ ਕਿ ਗਲੋਰੀਅਸ ਮੂਮੈਂਟ ਉੱਥੇ ਹੋਈ ਸੀਗੀ, ਉਹ ਬਹੁਤ ਹੀ ਉਦਾਸ ਸੀਗੇ। ਅਸੀਂ ਜਾਣਦੇ ਹਾਂ ਕਿ ਇੱਕ ਪਰਮੇਸ਼ਵਰ ਦਾ ਦੁੱਖ ਆ ਤਾਂ ਇੱਕ ਇਸ ਦੁਨੀਆ ਦਾ ਦੁੱਖ ਆ। ਜਿਹੜੇ 2 ਚੇਲੇ ਸੀਗੇ ਉਹ ਦੁਖੀ ਸੀਗੇ, ਉਹ ਸੰਸਾਰ ਦੇ ਦੁੱਖ ਨਾਲ ਦੁਖੀ ਸੀਗੇ। ਪਰਮੇਸ਼ਵਰ ਇਸ ਗੱਲ ਤੋਂ ਖੁਸ਼ ਨਹੀਂਗਾ। ਕਿਉਂ ਉਹ ਯਿਸੂ ਦੇ ਬਾਰੇ ਦੁਖੀ ਸੀਗੇ? ਯਿਸੂ ਤਾਂ ਦੁਖੀ ਨਹੀਂ ਸੀਗਾ। ਰਿਲੀਜੀਅਸ ਫੀਲ ਹੁੰਦਾ ਹੈ, ਨਾਈਸ ਫੀਲ ਹੁੰਦਾ ਹੈ, ਲੇਕਿਨ ਇਹ ਮਿਸਪਲੇਸ ਹੈ। ਯਿਸੂ ਕਹਿੰਦਾ ਮੈਂ ਇਹਦੇ ਵਿੱਚ ਕੁਛ ਨਹੀਂ ਖੁਸ਼ ਨਹੀਂਗਾ। ਔਰ ਇਹਦਾ ਕਰਕੇ ਉਹ ਪਰਮੇਸ਼ਰ ਦਾ ਪ੍ਰਕਾਸ਼ਨ ਨਹੀਂ ਦੇਖ ਪਾਏ ਸੀਗਾ। ਬਹੁਤ ਵਾਰ ਲੋਕਾਂ ਦੇ ਕੋਲ ਪਰਮੇਸ਼ਰ ਦੀ ਬਰਕਤ ਆਉਂਦੀ ਹੈ ਲੇਕਿਨ ਉਸ ਨੂੰ ਗਵਾ ਦਿੰਦੇ ਆ। ਕਿਉਂ? ਕਿਉਂਕਿ ਪਾਸਟਰ, ਕਿਉਂਕਿ ਉਹਨਾਂ ਨੇ ਅਲਾਉ ਕੀਤਾ ਹੁੰਦਾ ਆ ਦੁੱਖ ਨੂੰ, ਉਦਾਸੀ ਨੂੰ ਉਹਨਾਂ ਦੀ ਆਤਮਾ ਦੇ ਵਿੱਚ, ਜੋ ਕਿ ਜਿਸ ਕਾਰਨ ਉਹ ਦੇਖ ਨਹੀਂ ਪਾਉਂਦੇ ਪਰਮੇਸ਼ਰ ਦੀ ਚੀਜ਼ਾਂ ਨੂੰ। ਜਿਸ ਤਰ੍ਹਾਂ ਕਿ ਮੈਂ ਗੱਲ ਕਰ ਰਿਹਾ ਹਾਂ, ਮੈਂ ਤੁਹਾਨੂੰ ਇੱਕ ਇਨਸਟਰਕਸ਼ਨ ਦੇ ਰਿਹਾ ਹਾਂ। ਮੈਂ ਮੰਗਦਾ ਕਿ ਤੁਸੀਂ ਮੈਨੂੰ ਬਹੁਤ ਧਿਆਨ ਦੇ ਨਾਲ ਸੁਣੋ। ਪਰਮੇਸ਼ਰ ਦੇ ਬੱਚਿਓ, ਪਰਮੇਸ਼ਰ ਦੇ ਯੋਧਾਵੋ, ਜਾਗ ਜਾਵੋ ਔਰ ਉਹਨਾਂ ਸਾਰੇ ਉਸ ਝੋਲੇ ਨੂੰ ਤੋੜ ਦੇਵੋ, ਉਸ ਉਦਾਸੀ ਦੇ ਝੋਲੇ ਨੂੰ ਤੋੜ ਦੇਵੋ ਜੋ ਕਿ ਤੁਹਾਡਾ ਪਿੱਛਾ ਕਰ ਰਿਹਾ ਬਹੁਤ ਦੇਰ ਤੋਂ। ਹਾਂ, ਕਿਉਂਕਿ ਉਹਦਾ ਕਰਕੇ, ਕੋਂਦੀ ਇਹਦਾ ਕਰਕੇ, ਉਹਦੇ ਇਹਦਾ ਕਰਕੇ, ਕਿਉਂਕਿ ਲੋਕਾਂ ਨੇ ਕੀ ਕਿਹਾ। ਹੁਣ ਵਕਤ ਆ ਗਿਆ ਹੈ ਕਿ ਤੁਸੀਂ ਇਹ ਜਾਣ ਜਾਵੋ ਕਿ ਦੁਸ਼ਮਣ ਦੀ ਚਾਲ ਹੈ ਕਿ ਕਿਸ ਤਰ੍ਹਾਂ ਉਹ ਲੋਕਾਂ ਨੂੰ ਇਸਤੇਮਾਲ ਕਰਦਾ ਆ ਤੁਹਾਡੇ ਬਾਰੇ, ਜੋ ਕਿ ਉਹ ਤੀਰ ਮਾਰਦੇ ਆ ਔਰ ਤੁਹਾਡੇ ਦਿਲ ਨੂੰ ਤੋੜਦੇ ਆ। ਔਰ ਹੁਣ ਤੁਸੀਂ ਮਹਿਮਾ ਤੋਂ ਮਹਿਮਾ ਦੀ ਜਾਣ ਦੀ ਬਜਾਏ ਤੁਸੀਂ ਖੜੇ ਹੋ, ਇੱਕ ਸੜਕ ਦੇ ਉੱਤੇ ਖੜੇ ਹੋ, ਜੋ ਉਸ ਰੇਸ ਦੇ ਵਿੱਚ ਖੜੇ ਹੋ ਜੋ ਕਿ ਤੁਹਾਨੂੰ ਦੌੜਨੀ ਚਾਹੀਦੀ ਆ। ਔਰ ਤੁਸੀਂ ਦੁੱਖ ਨਾਲ ਭਰੇ ਹੋਏ ਹੋ, ਤੁਸੀਂ ਸੌਰੋ ਨਾਲ ਭਰੇ ਹੋਏ ਹੋ। ਉਹਦੇ ਚੋਂ ਬਾਹਰ ਨਿਕਲੋ, ਉਸ ਦੇ ਚੋਂ ਬਾਹਰ ਨਿਕਲੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਯਿਸੂ ਮਸੀਹ ਦੀ ਖੁਸ਼ੀ ਸਾਡੀ ਸ਼ਕਤੀ ਆ। ਇਹਦਾ ਮਤਲਬ ਇਹ ਇੱਕ ਚੋਇਸ ਆ ਕਿ ਤੁਸੀਂ ਉਹਦੇ ਵਿੱਚੋਂ ਬਾਹਰ ਨਿਕਲੋ ਔਰ ਕਹੋ ਕਿ ਮੈਂ ਖਤਮ ਆ, ਮੈਂ ਹੁਣ ਇਸ ਉਦਾਸੀ ਦੀ ਆਤਮਾ ਤੋਂ ਖਤਮ ਆ, ਹੁਣ ਮੈਂ ਬਾਹਰ ਨਿਕਲ ਰਿਹਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਵਰ ਦਾ ਜੋ ਉਹਦੀ ਖੁਸ਼ੀ ਆ ਉਹ ਤੁਹਾਡਾ ਪਲੇਟਫਾਰਮ ਹੋਵੇਗਾ ਕਿ ਪਰਮੇਸ਼ਵਰ ਦੀ ਗਲੋਰੀ ਤੁਹਾਡੇ ਉੱਤੇ ਆ ਸਕੇ, ਤੁਹਾਡੇ ਜੀਵਨ ਦੇ ਉੱਤੇ ਆ ਸਕੇ। ਇਹ ਹੁਣ ਹੋ ਰਿਹਾ ਜਿਸ ਤਰ੍ਹਾਂ ਕਿ ਮੈਂ ਗੱਲ ਕਰ ਰਿਹਾ। ਮੈਨੂੰ ਬਹੁਤ ਸਾਰੇ ਸੁੰਦਰ ਖੂਬਸੂਰਤ ਫੁੱਲ ਨਜ਼ਰ ਆ ਰਹੇ ਆ ਜੋ ਕਿ ਖਿਲ ਰਹੇ ਆ ਜਦੋਂ ਕਿ ਹੁਣ ਗਲੋਰੀ ਆ ਰਹੀ ਆ। ਯਿਸੂ ਨੂੰ ਕਹਿੰਦਾ, ਉਹਨਾਂ ਨੂੰ ਦੇਖਦਾ, ਉਹ ਕਹਿੰਦਾ ਕਿ ਤੁਸੀਂ ਮੂਰਖ ਹੋ,
ਤੁਸੀਂ ਕਿਹਾ ਕਿ ਤੁਸੀਂ ਚਰਚ ਦੇ ਉਹਨੇ ਕਿਹਾ ਕਿ ਤੁਸੀਂ ਚਰਚ ਦੇ ਹਿੱਸਾ ਸੀਗੇ ਲੇਕਿਨ ਤੁਹਾਨੂੰ ਸਮਝ ਨਹੀਂ ਆ ਬੁੱਧੀ। ਅਸੀਂ 2 ਹਫ਼ਤਿਆਂ ਤੋਂ ਜਿਨ੍ਹਾਂ ਦੀ ਗੱਲਾਂ ਜਿਸ ਗੱਲ ਦੀ ਗੱਲ ਕਰ ਰਹੇ ਹਾਂ ਜੋ ਸਾਨੂੰ ਰੈਵਲੇਸ਼ਨ ਤੋਂ ਪਰਮੇਸ਼ਰ ਦੇ ਪ੍ਰਕਾਸ਼ਨ ਤੋਂ ਉਹਦੀ ਮਹਿਮਾ ਤੋਂ ਰੋਕਦੀ ਆ। ਉਹ ਕਹਿੰਦਾ ਹੈ ਉਹਨਾਂ ਨੂੰ ਕਹਿੰਦਾ ਤੁਸੀਂ ਮੂਰਖ ਹੋ। ਫਿਰ ਕੀ ਕਹਿੰਦਾ ਹੈ ਉਹਨਾਂ ਦੇ ਦਿਲ ਦੀ ਗੱਲ ਕਰਦਾ ਹੈ। ਉਹ ਕਹਿੰਦੇ ਕਿ ਤੁਹਾਡਾ ਦਿਲ ਥੋੜਾ ਆ। ਉਹਨਾਂ ਦੀ ਜੋ ਅਟੈਂਸ਼ਨ ਸਪੈਨ ਸੀਗੀ ਉਹ ਬਿਲਕੁਲ ਵੀ ਸ਼ਕਤੀਸ਼ਾਲੀ ਨਹੀਂ ਸੀਗੀ। ਉਹ ਕੁਇਕ ਨਹੀਂ ਸੀਗੇ ਪਰਮੇਸ਼ਰ ਦੀ ਗੱਲਾਂ ਦੇ ਵਿੱਚ। ਉਹ ਕ੍ਰਿਟੀਕਲ ਗੱਲਾਂ ਦੇ ਮੂਮੈਂਟ ਵਿੱਚ ਡਿਸਟਰੈਕਟ ਹੋਣ ਲੱਗ ਗਏ। ਉਹਨਾਂ ਦੇ ਦਿਲ ਦੇ ਵਿੱਚ ਇੰਨੀ ਸ਼ਕਤੀ ਨਹੀਂ ਸੀਗੀ, ਇੰਨੀ ਸਪੀਡ ਨਹੀਂ ਸੀਗੀ ਕਿਉਂਕਿ ਉਹਨਾਂ ਦੇ ਕੋਲ ਅਟੈਂਸ਼ਨ ਨਹੀਂ ਸੀਗੀ। ਕਿਉਂਕਿ ਉਸ ਅਟੈਂਸ਼ਨ ਦਾ ਕਰਕੇ ਐਕਸਲਰੇਸ਼ਨ ਹੁੰਦੀ ਆ, ਇੱਕ ਫੋਕਸ ਆ, ਇੱਕ ਅਟੈਂਸ਼ਨ ਆ ਜੋ ਕਿ ਤੁਸੀਂ ਪਰਮੇਸ਼ਰ ਨੂੰ ਦੇਖ ਸਕਦੇ ਆ। ਪਰਮੇਸ਼ਰ ਦੀ ਗੱਲਾਂ ਦੇ ਵਿੱਚ ਤੁਸੀਂ ਕਹਿ ਸਕਦੇ ਕਿ ਹਾਂ ਮੈਨੂੰ ਸਮਝ ਆ ਗਿਆ, ਮੈਨੂੰ ਸਾਰੀ ਗੱਲਾਂ ਸਮਝ ਆ ਗਈਆਂ। ਲੇਕਿਨ ਉਹਨਾਂ ਦੇ ਹੌਲੀ ਦਿਲ ਸੀਗੇ, ਉਹ ਡਿਸਟਰੈਕਟਡ ਸੀਗੇ, ਟੂ ਡਿਸਟਰੈਕਟਡ ਸੀਗੇ। ਉਹ ਡਿਟੇਲ ਨੂੰ ਫੋਲੋ ਨਹੀਂ ਕਰ ਪਾਏ। ਜਦੋਂ ਕੋਈ ਸਟ੍ਰੇਂਜਰ ਤੁਹਾਡੇ ਨੇੜੇ ਲੱਗਦਾ ਆ ਉਹ ਡਿਸਟਰੈਕਟਡ ਸੀਗੇ ਆਪਣੇ ਇਮੋਸ਼ਨਸ ਦੇ ਵਿੱਚ, ਡਿਸਟਰੈਕਟਡ ਸੀਗੇ ਆਪਣੇ ਦਿਲ ਦੇ ਨਾਲ। ਉਹ ਇਹ ਵੀ ਕਹਿੰਦੇ, ਉਹ ਰੋਕ ਕੇ ਵੀ ਨਹੀਂ ਸੀ ਉਹਦੇ ਕੋਲ ਪੁੱਛ ਪਾਇਆ ਕਿ ਤੁਸੀਂ ਕਿਉਂ ਸਾਡੇ ਨੇੜੇ ਆਉਂਦੇ ਆ, ਕੀ ਅਸੀਂ ਸਹੀ ਕਰ ਰਹੇ ਆ ਜੋ ਕਿ ਤੂੰ ਸਾਡੇ ਨੇੜੇ ਆਇਆ। ਹੁਣ ਜੇ ਮੈਂ ਸਮਝ ਸਕਾਂ ਕਿ ਮੈਂ ਕੀ ਚੰਗਾ ਕਰ ਰਿਹਾ ਤਾਂ ਮੈਂ ਹੋਰ ਵੀ ਚੰਗਾ ਕਰ ਸਕਾਂ ਤਾਂ ਕਿ ਉਹ ਮੈਨੂੰ ਗੱਲਾਂ ਮਿਲ ਸਕਣ, ਰਿਜ਼ਲਟ ਮੈਨੂੰ ਹੋਰ ਜ਼ਿਆਦਾ ਮਿਲ ਸਕਣ। ਲੇਕਿਨ ਅਸੀਂ ਇਨਵੈਸਟੀਗੇਟ ਵੀ ਨਹੀਂ ਕਰਦੇ ਕਿ ਅਸੀਂ ਕੀ ਚੰਗੀਆਂ ਗੱਲਾਂ ਕੀਤੀਆਂ ਹੈ ਔਰ ਜਾਂ ਅਸੀਂ ਕੀ ਗਲਤ ਕੀਤਾ ਤਾਂ ਕਿ ਉਸਨੂੰ ਨਾ ਕਰੀਏ, ਤਾਂ ਕਿ ਸਾਨੂੰ ਉਹ ਰਿਜ਼ਲਟਸ ਮਿਲ ਸਕਣ ਜੋ ਕਿ ਅਸੀਂ ਮੰਗਦੇ ਹਾਂ ਪਰਮੇਸ਼ਵਰ ਦੀ ਪ੍ਰਕਾਸ਼ਨ ਦੇ ਵਿੱਚ। ਇਸ ਕਰਕੇ ਸਾਨੂੰ ਰੁਕਣਾ ਪੈਣਾ ਹੈ। ਕਿਸ ਨੇ ਕਿਹਾ ਕਿ ਪਰਮੇਸ਼ਰ ਮੂਸਾ ਦੀ ਮਹਿਮਾ ਜ਼ਿਆਦਾ ਵੱਡੀ ਸੀਗੀ? ਕੀ ਉਹ ਸੱਚੀ ਵੱਡੀ ਸੀਗੀ ਜਾਂ ਫਿਰ ਕਿ ਸਾਨੂੰ ਘੱਟ ਦਿਸਦਾ ਆ? ਪਰਮੇਸ਼ਰ ਦਾ ਵਚਨ ਤੁਹਾਡੇ ਕੋਲ ਆ ਚੁੱਕਾ ਹੈ ਔਰ ਉਹ ਜ਼ਾਇਆ ਨਹੀਂ ਜਾਏਗਾ। ਇਸ ਨੂੰ ਅਟੈਂਸ਼ਨ ਦਿਓ, ਇਹ ਜ਼ਾਇਆ ਨਹੀਂ ਜਾਏਗਾ। ਜੋ ਫੋਕਸ ਆ ਤੁਸੀਂ ਜੋ ਪਰਮੇਸ਼ਰ ਦੇ ਵਚਨ ਵੱਲ ਦਿੱਤਾ, ਇਹ ਜ਼ਾਇਆ ਨਹੀਂ ਜਾਏਗਾ। ਤੁਸੀਂ ਜੋ ਪ੍ਰਾਈਸ ਪੇ ਕੀਤਾ ਉੱਥੇ ਬੈਠ ਕੇ, ਉਹ ਜ਼ਾਇਆ ਨਹੀਂ ਜਾਏਗਾ। ਜ਼ਿਆਦਾ ਤੁਹਾਡੇ ਕੋਲ ਆ ਰਿਹਾ, ਹੋਰ ਵੀ ਵੱਡੀਆਂ ਪ੍ਰਕਾਸ਼ਨ ਤੁਹਾਡੇ ਕੋਲ ਆ ਰਹੀਆਂ, ਵੱਡੀਆਂ ਪ੍ਰਕਾਸ਼ਨ ਤੁਹਾਡੇ ਕੋਲ ਆ ਰਿਹਾ, ਵੱਡੀ ਮਹਿਮਾ ਤੁਹਾਡੇ ਕੋਲ ਆ ਰਹੀ ਆ, ਵੱਡੇ ਫਲ ਤੁਹਾਡੇ ਕੋਲ ਆ ਰਹੇ ਆ, ਤੁਹਾਡੇ ਘਰਾਂ ਦੇ ਵਿੱਚ ਦੇਖੇ ਜਾਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪਰਮੇਸ਼ਰ ਦੇ ਲੋਕੋ, ਸ਼ੈਤਾਨ ਜਿਹੜਾ ਆ ਉਹ ਥਰਥਰਾ ਰਿਹਾ ਆ, ਸ਼ੈਤਾਨ ਥਰਥਰਾ ਰਿਹਾ ਆ ਕਿਉਂਕਿ ਤੁਸੀਂ ਮਹਿਮਾ ਤੋਂ ਮਹਿਮਾ ਤੱਕ ਜਾ ਰਹੇ ਹੋ, ਸਮਝ ਤੋਂ ਸਮਝ ਤੇ ਜਾ ਰਹੇ ਹੋ। ਮੈਂ ਬੋਲਦਾ ਆ ਪਰਮੇਸ਼ਰ ਦੀ ਬਰਕਤ ਨੂੰ ਤੁਹਾਡੇ ਉੱਪਰ ਵੱਧਦੇ ਰਹੀਏ। ਤੁਹਾਡੀ ਰੋਸ਼ਨੀ ਉਹ ਵੱਧ ਰਹੀ ਆ। ਧੰਨਵਾਦ ਇਸ ਯਾਤਰਾ ਦਾ ਹਿੱਸਾ ਬਣਨ ਦੇ ਵਾਸਤੇ, ਇਸ ਯਾਤਰਾ ਦਾ ਵਿੱਚ ਭੁੱਖੇ ਹੋਣ ਦੇ ਵਾਸਤੇ। ਤੁਸੀਂ ਬਰਕਤ ਵਾਲੇ ਹੋ। ਧੰਨਵਾਦ ਕਰਦੇ ਹਾਂ ਨਬੀ ਤੁਹਾਡਾ, ਸਾਨੂੰ ਇਸ ਗਿਆਨ ਦੇ ਨਾਲ ਭਰਨ ਦੇ ਵਾਸਤੇ ਔਰ ਸਾਡੇ ਜਵਾਬ ਕੁਐਸਚਨਸ ਦੇ ਆਨਸਰ ਦੇਣ ਦੇ ਵਾਸਤੇ। ਬਹੁਤ ਸਾਰੇ ਚੀਜ਼ਾਂ ਸਾਡੇ ਵਾਸਤੇ ਅਨਲੌਕ ਕੀਤੀਆਂ ਗਈਆਂ। ਅੱਜ ਅਸੀਂ
ਇਸ ਵਕਤ ਲੈ ਕੇ ਇਸ ਉੱਤੇ ਧਿਆਨ ਕਰਾਂਗੇ ਤਾਂ ਕਿ ਅਸੀਂ ਮਹਿਮਾ ਤੋਂ ਮਹਿਮਾ ਤੱਕ ਜਾ ਸਕੀਏ। ਧੰਨਵਾਦ ਪਰਮੇਸ਼ਰ ਦੇ ਲੋਕੋ, ਅਸੀਂ ਬਹੁਤ ਬਰਕਤ ਵਾਲੇ ਹਾਂ ਔਰ ਇਸ ਹਫਤੇ ਵਕਤ ਲੈ ਕੇ ਪਰਮੇਸ਼ਵਰ ਦੇ ਵਚਨ ਦੇ ਵਿਦਿਆਰਥੀ ਬਣੀਏ ਔਰ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਅਸੀਂ ਮਹਿਮਾ ਤੋਂ ਮਹਿਮਾ ਤੱਕ ਜਾਵਾਂਗੇ ਔਰ ਜਿਸ ਤਰ੍ਹਾਂ ਕਿ ਸਾਡੇ ਨਬੀ ਨੇ ਕਿਹਾ ਪਰਮੇਸ਼ਰ ਦੇ ਸੱਜੇ ਹੱਥ ਥੱਲੇ ਬੈਠੇ ਰਹੋ। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ। I'm not afraid to show you my weakness, my failures and flaws. Lord, you've seen them all, and you still call me friend. And the God of the mountain is the God of the valley. That's right.